ਵਾਹਿਗੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼ ਅੰਮ੍ਰਿਤੋ ਜਗ ਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਘਰ ਤਾ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ। ਕਿਆ ਨਾਹੀ ਘਰ ਤੇਰੇ। ਹਮ ਅਵਗੁਣ ਭਰੇ ਏਕ ਗੁਣ ਅੰਮ੍ਰਿਤ ਛਾੜ ਬਿਖੈ ਬਿਖ। ਮਾਇਆ ਮੋਹ ਸੁਤ ਦਾਰਾ ਸਿਉ। ਇਕ ਉਤਮ ਬੰਤ ਸੁਣਿਓ ਗੁਰ ਸੰਗਤ। ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਖੋ। ਸਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ। ਦਰਸ਼ਨ ਪਰਸੈ ਗੁਰੂ ਕੈ ਮਰਨ ਦੁਖ ਜਾਏ। ਹੋਵੈ ਸਿਫਤ ਖਸੰਬਦੀ ਕੁਰਤਾਂ ਝੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਸੱਜਣ ਸਚਾ ਸਿਰ ਸਾਹਾਦੈ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ।
जिस पास बैठिया सोहिए सबना दा। ਸਤਨਾਮ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਤੀਜਾ। ਸੁਣਿਓ ਕੰਤ ਮਹਿਲੀਓ ਫਿਰ ਸੇਵੋ ਸ਼ਬਦ ਵਿਚਾਰ। ਅਵਗੁਣਵੰਤੀ ਫਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ। ਸੁਣਿਓ ਕੰਤ ਮਹਿਲੀ ਹੋ ਫਿਰ ਸੇਵੋ ਸ਼ਬਦ ਵਿਚਾਰ। ਅਵਗੁਣਵੰਤੀ ਫਿਰ ਨਾ ਜਾਣਈ ਮੁੱਠੀ ਰੋਵੈ ਕੰਤ ਵਿਸਾਰ। ਰੋਵੈ ਕੰਤ ਸੰਭਾਲ ਸਦਾ ਗੁਣ ਸਾਰ। ਨਾ ਫਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ। ਸਾਚੈ ਪ੍ਰੇਮ ਸਮਾਏ ਜਿਨ ਆਪਣਾ ਫਿਰ ਨਹੀਂ ਜਾਤਾ। ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ। ਸੁਣਿਓ ਕੰਤ ਮਹਿਲੀ ਹੋ ਫਿਰ ਸੇਵੋ ਸ਼ਬਦ ਵਿਚਾਰੇ। ਸਭ ਜਗ ਆਪ ਉਪਾਇਓ ਆਵਣ ਜਾਣ ਸੰਸਾਰਾ। ਮਾਇਆ ਮੋਖ ਆਇਨ ਮਰ ਜੰਮੈ ਵਾਰੋ ਵਾਰਾ। ਮਰ ਜੰਮੈ ਵਾਰੋ ਵਾਰਾ ਵਧੈ ਵਿਕਾਰਾ। ਗਿਆਨ ਵਿਹੂਣੀ ਮੁਠੀ ਬਿਨ ਸ਼ਬਦੈ ਫਿਰ ਨਾ ਪਾਇਓ। ਜਨਮ ਗਵਾਇਓ ਰੋਵੈ ਅਵਗੁਣਿਆਰੀ ਝੂਠੀ। ਫਿਰ ਜਗ ਜੀਵਨ ਕਿਸ ਨੂੰ ਰੋਈਐ ਰੋਵੈ ਕੰਤ ਵਿਸਾਰੇ। ਸਭ ਜਗ ਆਪ ਪਾਇਓ ਨ ਆਵਣ ਜਾਨ ਸੰਸਾਰੇ। ਸੋ ਫਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ। ਭੂਲੀ ਫਿਰੈ ਧਨ ਇਆਣੀਆਂ ਰੰਡ ਬੈਠੀ ਦੂਜੈ ਭਾਏ। ਰੰਡ ਬੈਠੀ ਦੂਜੈ ਭਾਏ ਮਾਇਆ ਮੋਹ ਦੁਖ ਪਾਏ। ਆਵ ਘਟੈ ਤਨ ਛੀਜੈ ਜੋ ਕਿਛ ਆਇਆ ਸਭ ਕਿਛ ਜਾਸੀ। ਦੁਖ ਲਾਗਾ ਭਾਏ ਦੂਜੈ ਜਮ ਕਾਲ ਨ ਸੂਜੈ। ਮਾਇਆ ਜਗ ਲੂਜੈ ਲਬ ਲੋਭ ਚਿਤ ਲਾਏ। ਸੋ ਫਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਏ। ਇਕ ਰੋਵੈ ਫਿਰੈ ਵਿਛੁੰਨੀਆਂ ਅੰਧੀ ਨਾ ਜਾਣੈ ਫਿਰ ਨਾਲੇ। ਗੁਰ ਪ੍ਰਸਾਦੀ ਸਾਚਾ ਫਿਰ ਮਿਲੈ ਅੰਤਰ ਸਦਾ ਸੰਭਾਲੇ। ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ। ਮਨ ਮੁਖ ਜਾਤਾ ਦੂਰੇ ਇਹ ਤਨ ਰੁਲੈ ਰੁਲਾਇਆ। ਕਾਮ ਨ ਆਇਆ ਜਿਨ ਖਸਮ ਨਾ ਜਾਤਾ ਹਦੂਰੇ। ਨਾਨਕ ਸਾ ਧਨ ਮਿਲੈ ਮਿਲਾਈ ਫਿਰ ਅੰਤਰ ਸਦਾ ਸੰਭਾਲੇ। ਇਕ ਰੋਵੈ ਫਿਰੈ ਵਿਛੁੰਨੀਆਂ ਅੰਧੀ ਨਾ ਜਾਣੈ ਫਿਰ ਹੈ ਨਾਲੇ।
ਨਾਨਕ ਸਾ ਧਨ ਮਿਲੈ ਮਿਲਾਈ ਫਿਰ ਅੰਤਰ ਸਦਾ ਸੰਭਾਲੇ ਇਕ ਰੋਵੇ ਫਿਰ ਹੈ ਵਿਛੁੰਨੀਆਂ ਅੰਧੀ ਨਾ ਜਾਣੈ ਫਿਰ ਹੈ ਨਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਭਾਰ ਬ੍ਰਹਮ ਪਰਮੇਸ਼ਰ ਸਬਦਾਂ ਦੇ ਦਿਲਾਂ ਦੇ ਸੁਣਨ ਵਾਲੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ। ऐसे शब्द स्वरूप अकाल पुरख परमात्मा धन श्री गुरु ग्रंथ साहिब महाराज जी की पावन पवित्र गोद विच विराजमान गुरु सवारी गुरु खालसा सत संगत जीओ। आप समूह संगतां वड्डे भागां वाले हो कि अमृत वेले दे पावन दीवाना विच हाजरियां भर के ਅੰਮ੍ਰਿਤਮਈ ਬਾਣੀ ਦੀ ਵਿਚਾਰ ਸਰਵਣ ਕਰਨ ਲਈ ਸਾਧ ਸੰਗਤ ਦੀਆਂ ਘੜੀਆਂ ਮਾਣ ਰਹੇ ਹੋ। ਅੱਜ ਦਾ ਪਾਵਨ ਮੁੱਖ ਵਾਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਕੀ ਸਿੱਖਿਆ ਦੇ ਰਹੇ ਹਨ। ਅਸੀਂ ਉਸ ਸਿੱਖਿਆ ਨੂੰ ਕਮਾਉਣਾ ਹੈ, ਆਪਣੇ ਤੋਂ ਕਮਾਇਆ ਨਹੀਂ ਜਾਣਾ। ਅਰਦਾਸ ਕਰੀਏ ਕਿ ਪਾਤਸ਼ਾਹ ਇਹ ਸਮਝ ਆ ਜਾਵੇ ਕਿ ਸਮਾਜ ਵਿੱਚ ਪਤੀ ਪਤਨੀ ਕੀ ਹੁੰਦੇ ਹਨ। ਅਸਲ ਪਤਨੀ ਜੀਵ ਆਤਮਾ, ਪਤੀ ਪਰਮਾਤਮਾ ਰੂਪ। ਜੇ ਦੋਵਾਂ ਦਾ ਭੇਦ ਸਮਝ ਆ ਗਿਆ ਤੇ ਘਰ ਗ੍ਰਸਤੀ ਵੀ ਵਧੀਆ ਨਿਭਦੀ ਹੈ। ਖਾਲਸਾ ਜੀ, ਜੇ ਇਹਦਾ ਭੇਦ ਨਾ ਸਮਝ ਆਇਆ ਤੇ ਮਨੁੱਖ ਸਮਾਜ ਵਿੱਚ ਰਹਿੰਦਿਆਂ ਵੀ ਦੁਖੀ ਰਹਿੰਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਫਰਮਾਨ ਕਰ ਰਹੇ ਹਨ, ਆਓ ਸ਼ਬਦ ਛੰਤਾਂ ਵਿੱਚ ਹੈ, ਲੰਬੇਰਾ ਹੈ, 4 ਪਦੇ ਹਨ। आओ सारे गुरु के प्यारे अपने सुरती बिरती कागर करदियां शरदा सत्कार नाल उचारण करो जी सतनाम वाहिगुरु साहिब जी। सतनाम श्री वाहिगुरु साहिब जी। वाहिगुरु साहिब जी। वडहंस महला तीजा सुने हो कंत महेली हो फिर से वो शब्द विचार। वडहंस राग विच गुरु अमरदास पातशाह जी फरमान करते, जिवें महाराज बैठे होण सारियां संगतां नूं सिक्ख्या दे रहे होण, क्योंकि गोइंदवाल साहब 22 साल गुरु पातशाह ने जमकाल नूं वरजिया कि ए जमदूत ए जमकाल तुसी इत्थे नहीं आउणा। 22 साल मौत नूं वरजिया होवे गुरु अमरदास पातशाह ने, ਤੇ ਉਹਨਾਂ 22 ਸਾਲਾਂ ਵਿੱਚ ਗੁਰੂ ਪਾਤਸ਼ਾਹ ਦੀ ਸੰਗਤਾਂ ਬਹੁਤ ਆਨੰਦਿਤ ਰਹਿੰਦੀਆਂ। ਖਾਲਸਾ ਜੀ, ਖਾਸ ਤੌਰ ਤੇ ਗੋਇੰਦਵਾਲ ਸਾਹਿਬ ਸੰਗਤਾਂ ਦੀ ਬਹੁਤ ਪਰਮਾਰ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਹਿਣਾ ਸ਼ੁਰੂ ਕਰਤਾ ਕਿ ਸਿੱਖੀ ਇੱਥੋਂ ਸ਼ੁਰੂ ਹੁੰਦੀ ਹੈ। ਤਾਂ ਹੀ ਖਾਲਸਾ ਜੀ ਅੱਜ ਕੱਲ੍ਹ ਪ੍ਰਸਿੱਧ ਹੈ ਗੋਇੰਦਵਾਲ ਸਿੱਖੀ ਦਾ ਧੁਰਾ।
ਤੇ ਗੁਰੂ ਪਾਤਸ਼ਾਹ ਕੋਲ ਸੰਗਤਾਂ ਬੈਠੀਆਂ ਰਹਿੰਦੀਆਂ। ਇੱਕ ਦਿਨ ਸੰਗਤਾਂ ਨੇ ਪੁੱਛ ਹੀ ਲਿਆ, ਮਹਾਰਾਜ ਜੀ ਕੁਛ ਸਿੱਖਿਆ ਐਸੀ ਦਿਓ ਜਿਹੜੀ ਸਾਨੂੰ ਸਮਝ ਆ ਜਾਵੇ ਕਿ ਸਮਾਜ ਵਿੱਚ ਕਿਵੇਂ ਜੀਣਾ ਹੈ, ਪਰਿਵਾਰ ਵਿੱਚ ਕਿਵੇਂ ਰਹਿਣਾ ਹੈ। ਅਸੀਂ ਪਰਿਵਾਰ ਵਿੱਚ ਰਹਿੰਦਿਆਂ ਨਿਰਲੇਪ ਰਹੀਏ, ਜੇ ਕੋਈ ਸਰੀਰ ਸਾਡੇ ਤੋਂ ਵਿਛੜ ਵੀ ਜਾਵੇ ਤੇ ਸਾਡੀ ਅਵਸਥਾ ਇੱਕ ਰਸ ਬਣੀ ਰਵੇ। ਗੁਰੂ ਪਾਤਸ਼ਾਹ ਸਭਨਾਂ ਨੂੰ ਸਾਂਝਾ ਉਪਦੇਸ਼ ਦੇ ਰਹੇ ਹਨ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ। ਪਾਤਸ਼ਾਹ ਕਹਿੰਦੇ ਸੁਣੋ ਭਾਈ, ਸਾਰੇ ਸੁਣੀਏ। ਐ ਕੰਤ ਮਹੇਲੀ ਹੋ, ਐ ਪਿਆਰੇ ਪਤੀ ਦੀ ਇਸਤਰੀਓ। ਮਹੇਲੀ ਹੋ, ਇਸਤਰੀਓ। ਅਸੀਂ ਸਾਰੇ ਵਾਹਿਗੁਰੂ ਦੀ ਪਤਨੀਆਂ ਹਾਂ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਸਭ ਘਟ ਭੋਗਵੈ ਅਲਿਪਤ ਰਹਿ, ਅਲਖ ਨਾ ਲਖਣਾ ਜਾਈ। ਉਹ ਸਾਰੇ ਘਟਾਂ 'ਚ ਬੈਠ ਕੇ ਕਹਿੰਦੇ ਭੋਗ ਰਿਹਾ ਹੈ। ਹੁਣ ਇੱਥੇ ਭੋਗਣਾ ਸ਼ਬਦ ਅਸੀਂ ਬੁਰਾ ਸਮਝ ਲੈਂਦੇ ਹਾਂ। ਭੋਗਣਾ ਹੈ, ਬੋਲ ਵੀ ਰਿਹਾ ਹੈ, ਖਾ ਵੀ ਰਿਹਾ ਹੈ, ਬੈਠ ਕੇ ਸਾਰੀ ਗੱਲਾਂ ਵੀ ਉਹੀ ਕਰਦਾ। ਇਹ ਹੈ ਅਸਲ ਅਰਥ। ਸਾਡੀ ਬੁੱਧੀ ਵਿੱਚ ਕੋਈ ਸ਼ਬਦ ਐਸੇ ਕਹਿ ਲੋ ਫਸ ਗਏ, ਅਸੀਂ ਉਹਦਾ ਭਾਵ ਗਲਤ ਹੀ ਸਮਝਦੇ ਹਾਂ, ਕਿਉਂਕਿ ਸਾਡੀ ਸਮਝ ਛੋਟੀ ਹੈ ਨਾ। ਸ਼ਬਦਾਂ ਦਾ ਕਸੂਰ ਨਹੀਂ, ਸਾਨੂੰ ਜਿਤਨਾ ਪੜ੍ਹਾਇਆ ਗਿਆ ਸੀ ਉਤਨਾ ਹੀ ਪੜ੍ਹਿਆ ਹੈ। ਸਾਡੀ ਬੁੱਧੀ ਜਿਵੇਂ ਜਿਸ ਪਾਸੇ ਲੱਗਦੀ ਹੈ ਅਸੀਂ ਉਸ ਪਾਸੇ ਲੱਗ ਜਾਂਦੇ ਹਾਂ। ਹੁਣ ਖਾਲਸਾ ਜੀਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਹੈ ਅਕਾਲ ਉਸਤਤ ਸਾਹਿਬ। ਉੱਥੇ 11ਵਾਂ ਬੰਦ ਹੈ ਕਬਿਤ। ਕਤਹੁ ਸੁਚੇਤ ਹੋਏ ਕੈ ਚੇਤਨਾ ਕੁਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਕਤਹੁ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਕਹੂ ਮਹਾਦਾਨ ਹੋਏ ਕੇ ਮੰਗਿਓ ਧਨ ਦੇਤ ਹੋ। ਇੱਥੇ ਗੁਰੂ ਪਾਤਸ਼ਾਹ ਕੀ ਫਰਮਾਨ ਕਰਦੇ, ਕਦੀ ਤਾਂ ਮਹਾਰਾਜ ਤੁਸੀਂ ਭਿਖਾਰੀ ਬਣੇ ਹੋਏ ਹੋ, ਕਦੀ ਰਾਜੇ ਬਣੇ ਹੋਏ ਹੋ। ਕਤਹੁ ਸੁਚੇਤ ਹੋਏ ਕੈ ਚੇਤਨਾ ਕੁਚਾਰ ਕੀਓ। ਕਦੀ ਮਹਾਰਾਜ ਆਪ ਜੀ ਸੁਚੇਤ ਹੋ ਕੇ ਆਪਣੇ ਆਤਮ ਸਰੂਪ ਨਾਲ ਜੁੜੇ ਹੋਏ ਹੋ। ਸੁਚੇਤਨਾ ਕੁਚਾਰ ਕੀਓ, ਇੱਕ ਰਸ ਜੁੜੇ ਹੋਏ ਹੋ ਚੇਤਨ ਬਿਰਤੇ। ਤੇ ਕਦੀ ਅਚਿੰਤ ਹੋ ਕੇ ਸੁੱਤੇ ਪਏ ਹੋ। ਹੁਣ ਇੱਥੇ ਕਈ ਗੁਰਮੁਖ ਸੁਚੇਤ ਹਨ ਤੇ ਕਈ ਘਰ ਸੁੱਤੇ ਪਏ। ਉਹ ਵੀ ਦੋਵੇਂ ਉਹੀ ਹੈ, ਸੁੱਤਾ ਪਿਆ ਵੀ ਉਹੀ ਹੈ, ਜਾਗਦਾ ਵੀ ਉਹੀ ਹੈ। ਇਹ ਅਵਸਥਾ ਹੈ। ਗੁਰੂ ਪਾਤਸ਼ਾਹ ਕਹਿੰਦੇ ਸਾਰੇ ਜੀਆਂ 'ਚ ਬੈਠ ਕੇ ਸੁੱਤਾ ਵੀ ਪਿਆ ਹੈ, ਜਾਗਦਾ ਵੀ ਪਿਆ ਹੈ, ਖਾ ਵੀ ਰਿਹਾ ਤੇ ਆਨੰਦ ਵੀ ਮਾਣ ਰਿਹਾ ਹੈ, ਹੱਸਦਾ ਵੀ ਹੈ, ਖੇਡਦਾ ਵੀ। ਇਹ ਹੈ ਰੱਬ ਦੇ ਕਹਿ ਲੋ ਅਚਰਜ ਭੋਗ। ਸਭ ਘਟ ਭੋਗਵੈ ਅਲਿਪਤ ਰਹਿ, ਵਿੱਚ ਬੈਠਾ ਵੀ ਹੈ ਤੇ ਅਲਿਪਤ ਵੀ ਹੈ। ਇਸ ਕਰਕੇ ਸਾਡੇ ਸਰੀਰ ਵਿੱਚ ਜੋ ਪ੍ਰਮਾਤਮਾ ਕਰ ਰਿਹਾ ਹੈ ਉਹ ਪਤੀ ਹੈ। ਸਾਡੀ ਜੀਵ ਆਤਮਾ ਉਹਦੀ ਕਹਿ ਲੋ ਪਤਨੀ ਬਣਨਾ ਚਾਹੁੰਦੀ ਹੈ ਪਰ ਬਣ ਨਹੀਂ ਰਹੀ। ਗੁਰੂ ਪਾਤਸ਼ਾਹ ਉਹੀ ਸਿੱਖਿਆ ਦੇ ਰਹੇ ਹਨ। ਐ ਜੀਵ ਰੂਪੀ ਇਸਤਰੀਓ, ਇਹ ਧਿਆਨ ਦੇ ਕੇ ਸੁਣੋ। ਸੁਣਿਓ ਕੰਤ ਮਹੇਲੀ ਹੋ, ਫਿਰ ਸੇਵਿਓ ਸ਼ਬਦ ਵਿਚਾਰ। ਜੇ ਪਤੀ ਵਾਹਿਗੁਰੂ ਦੀ ਸੇਵਾ ਕਰਨੀ ਹੈ ਨਾ, ਕਿਵੇਂ ਕਰੀਏ? ਸ਼ਬਦ ਦੀ ਵਿਚਾਰ ਦੁਆਰਾ। ਪਤੀ ਸ਼ਬਦ ਰੂਪ ਹੈ, ਸ਼ਬਦ ਦੀ ਵਿਚਾਰ ਕਰੀਏ, ਸ਼ਬਦ ਨੂੰ ਜਪੀਏ, ਸ਼ਬਦ ਵਿੱਚ ਖੁੱਭ ਜਾਈਏ। ਇਹ ਰੱਬ ਦੀ ਸੇਵਾ ਹੈ। ਪਤੀ ਨੇ
ਪਤਨੀ ਨੂੰ ਖਾਲਸਾ ਜੀ ਉਹ ਵੀ ਰੱਬ ਸਰੂਪ ਹੈ, ਉਹਨੂੰ ਵੀ ਰੱਬ ਸਰੂਪ ਕਰਕੇ ਜਾਣਨਾ ਹੈ, ਤੇ ਪਤਨੀ ਨੇ ਪਤੀ ਨੂੰ ਵੀ ਰੱਬ ਸਰੂਪ ਕਰਕੇ ਜਾਣਨਾ ਹੈ। ਜੇ ਦੋਵਾਂ ਨੇ ਇੱਕ ਸਰੂਪ ਕਰਕੇ ਜਾਣ ਲਿਆ, ਦੋਵਾਂ ਦਾ ਜੀਵਨ ਧਨ ਹੈ। ਪਰ ਅਸਲ ਧਿਆਨ ਰੱਖੀਏ ਕਿ ਸਰੀਰ ਦੇ ਮੋਹ ਤੋਂ ਉੱਤੇ ਹੋਣਾ ਪੈਂਦਾ ਹੈ, ਤਾਂ ਹੀ ਇੱਕ ਦੂਜੇ ਨੂੰ ਜਾਣਾਂਗੇ। ਜਦ ਤੱਕ ਸਰੀਰ ਦਾ ਮੋਹ ਹੀ ਹੈ, ਕਾਮ ਵਾਸ਼ਨਾ ਹੀ ਹੈ, ਉਦੋਂ ਤੱਕ ਖਾਲਸਾ ਜੀ ਨਹੀਂ ਜਾਣ ਸਕਦੇ। ਪਾਤਸ਼ਾਹ ਕਹਿੰਦੇ ਇਸ ਕਰਕੇ ਕੀ ਕਰਨਾ ਪਵੇਗਾ? ਪਿਰ ਸੇਵਿਓ, ਪਿਰ ਦੀ ਸੇਵਾ, ਵਾਹਿਗੁਰੂ ਦੀ ਸੇਵਾ, ਸ਼ਬਦ ਵਿਚਾਰ ਵਾਹਿਗੁਰੂ 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 ਸ਼ਬਦ ਦੁਆਰਾ ਇਹਦੇ ਵਿੱਚ ਖੁੱਭ ਕੇ ਇਹ ਸ਼ਬਦ ਕੀ ਹੈ? ਜੋ ਵਾਹਿਗੁਰੂ ਸਾਰਿਆਂ ਵਿੱਚ ਬੈਠਾ ਹੈ, ਸ਼ਬਦ ਸਰੂਪ ਕਰਕੇ ਉਹ ਪਛਾਣ ਤਾਂ ਹੋਵੇਗੀ। ਜੋ ਸ਼ਬਦ ਸਰੂਪ ਕਰਕੇ ਸਾਰਿਆਂ ਵਿੱਚ ਵਾਹਿਗੁਰੂ ਹੈ, ਜੇ ਉਹਨੂੰ ਜਾਣ ਲਿਆ ਗੁਰੂ ਦੀ ਕਿਰਪਾ ਨਾਲ, ਤਾਂ ਫਿਰ ਸਮਝ ਆਵੇਗੀ ਫਿਰ ਪਤੀ ਸਭਨਾਂ ਵਿੱਚ ਹੈ, ਸਭਨਾਂ ਦਾ ਇੱਕੋ ਪਤੀ ਹੈ। ਦੇਖੋ, ਇਤਨੀ ਕਹਿ ਲੋ ਦੁਨੀਆ ਵਿੱਚ ਕਰੋੜਾਂ ਜੀਵ ਇਸਤਰੀਆਂ ਹਨ, ਤੇ ਸਭ ਦਾ ਪਤੀ ਇੱਕੋ ਪ੍ਰਮਾਤਮਾ ਹੈ। ਅਵਗੁਣਵੰਤੀ ਪਿਰ ਨਾ ਜਾਣਈ, ਮੁੱਠੀ ਰੋਵੇ ਕੰਤ ਵਿਸਾਰ। ਪਰ ਜਿਹੜੀ ਜੀਵ ਰੂਪੀ ਇਸਤਰੀ ਔਗੁਣਾਂ ਦੀ ਭਰੀ ਹੋਈ ਹੈ, ਉਹ ਪਿਰ ਨੂੰ ਨਹੀਂ ਜਾਣ ਰਹੀ। ਹੁਣ ਅੰਦਰ ਵਾਹਿਗੁਰੂ ਹੈ, ਉੱਤੇ ਔਗੁਣ ਜੰਮੇ ਹੋਏ ਹਨ, ਉਹ ਪਿਰ ਨੂੰ ਨਹੀਂ ਜਾਣ ਰਹੀ। ਜਿਵੇਂ ਕੋਈ ਮਨਮੁਖ ਜੀਵ ਰੂਪੀ ਇਸਤਰੀ ਬਿਭਚਾਰਨ, ਉਹਦਾ ਧਿਆਨ ਔਗੁਣਾਂ ਵੱਲ ਹੋਵੇ, ਤੇ ਪਤੀ ਦੀ ਕਦਰ ਨਹੀਂ ਕਰਦੀ ਉਹ। ਇਸੇ ਤਰ੍ਹਾਂ ਅਸੀਂ ਔਗੁਣਾਂ ਨਾਲ ਜੁੜੇ ਹੋਏ ਹਾਂ, ਸਾਨੂੰ ਪ੍ਰਮਾਤਮਾ ਦਿਸ ਨਹੀਂ ਰਿਹਾ। ਔਗੁਣਵੰਤੀ ਪਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ। ਔਗੁਣਾਂ ਦੀ ਮੁੱਠੀ ਹੋਈ, ਠੱਗੀ ਹੋਈ ਇੱਕ ਮਨੁੱਖ, ਇੱਕ ਜੀਵ ਇਸਤਰੀ ਆਪਣੇ ਪਤੀ ਨੂੰ ਭੁਲਾ ਕੇ ਰੋਂਦੀ ਹੈ। ਰੋਵੇ ਕੰਤ ਸਮਾਲ ਸਦਾ ਗੁਣਸਾਰ, ਨਾ ਪਿਰ ਮਰੈ ਨਾ ਜਾਏ। ਦੂਜੇ ਪਾਸੇ ਗੁਰਮੁਖ ਵੀ ਰੋਂਦੇ ਹਨ, ਪਰ ਗੁਰਮੁਖਾਂ ਦਾ ਰੋਣਾ ਬੈਰਾਗ ਵਿੱਚ ਹੈ। ਦੇਖੋ, ਦੋਵਾਂ ਦਾ ਰੋਣਾ ਹੈ। ਦੇਖੋ, ਇੱਕ ਪਾਸੇ ਕਹਿੰਦੇ ਰੋਵੇ ਕੰਤ ਵਿਸਾਰ, ਦੂਜੇ ਪਾਸੇ ਕਹਿੰਦੇ ਰੋਵੇ ਕੰਤ ਸੰਭਾਲ। ਵਿਸਾਰ ਤੇ ਸੰਭਾਲ, ਰੱਬ ਨੂੰ ਭੁਲਾ ਕੇ ਵੀ ਦੁਨੀਆ ਰੋਂਦੀ ਹੈ, ਰੱਬ ਨੂੰ ਯਾਦ ਕਰਕੇ ਵੀ ਦੁਨੀਆ ਰੋ ਰਹੀ ਹੈ। ਹੁਣ ਇੱਥੇ ਰੋਣਾ ਕੀ ਹੈ? ਬੈਰਾਗ ਹੈ। ਰੱਬ ਨੂੰ ਯਾਦ ਕਰਕੇ ਗੁਰੂ ਕੇ ਪਿਆਰੇ ਬੈਰਾਗ ਵਿੱਚ ਆ ਜਾਂਦੇ ਹਨ। ਨੈਣੋ ਨੀਰ, ਅੱਖਾਂ ਚੋਂ ਕਿਵੇਂ ਹੰਝੂ ਆਉਂਦੇ, ਬੈਰਾਗ ਵਿੱਚ ਉਹਨਾਂ ਦੇ ਹੰਝੂ ਆਈ ਜਾਂਦੇ। ਆਸ਼ਕਾਂ ਰਾਹੇ 9 ਨਿਸ਼ਾਨੀਆਂ, ਆਸ਼ਕਾਂ ਦੀਆਂ 9 ਨਿਸ਼ਾਨੀਆਂ, ਪ੍ਰੇਮੀਆਂ ਦੀਆਂ, ਗੁਰਮੁਖਾਂ ਦੀਆਂ। ਉਹਨਾਂ ਦੇ ਅੱਖਾਂ ਚੋਂ ਖਾਲਸਾ ਜੀ ਹੰਝੂ ਆਈ ਜਾਂਦੇ ਹਨ। ਉਹ ਹੈ ਰੋਣਾ ਉਹਨਾਂ ਦਾ। ਰੋਵੈ ਕੰਤ ਸੰਭਾਲ ਸਦਾ ਗੁਣਸਾਰ, ਹਮੇਸ਼ਾ ਰੱਬ ਦੇ ਗੁਣਾਂ ਨੂੰ ਯਾਦ ਕਰਦੇ ਆ। ਰੱਬ ਜੀ, ਤੁਸੀਂ ਗੁਣਾਂ ਦੇ ਮਾਲਕ ਹੋ, ਅਸੀਂ ਔਗੁਣਾ ਕਰਕੇ ਭਰਪੂਰ ਆ। ਇਹ ਹੈ ਬੈਰਾਗ। ਨਾ ਪਿਰ ਮਰੈ ਨਾ ਜਾਏ, ਪਤਾ ਉਹਨਾਂ ਨੂੰ ਕਿ ਮੇਰਾ ਪ੍ਰਮਾਤਮਾ ਪਤੀ ਨਾ ਮਰਦਾ ਹੈ, ਨਾ ਛੱਡ ਕੇ ਜਾਵੇਗਾ। ਉਹ ਤਾਂ ਰੋਂਦੇ ਰਹਿੰਦੇ, ਰੱਬ ਜੀ ਕਿਰਪਾ ਕਰੋ, ਸਾਨੂੰ ਵੀ ਨਾਮ ਰਸ ਦੀ ਦਾਤ ਦੇ ਦਿਓ। ਬਾਰ ਬਾਰ ਇੱਕੋ ਦਾਤ ਮੰਗਦੇ, ਸਭ ਸੁਹਾਗਣ ਮਾਣਹਿ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਰਾਗ ਰਾਮਕਲੀ ਕੀ ਵਾਰ ਮਹੱਲਾ 5ਵਾਂ।
ਕਰਮਹੀਣ ਧਨ ਕਰੈ ਬਿਨੰਤੀ, ਕਦ ਨਾਨਕ ਆਵੈ ਵਾਰੀ। ਸਭ ਸੁਹਾਗਣ ਮਾਣਹਿ ਰਲੀਆਂ, ਇੱਕ ਦੇਵ ਹੋ ਰਾਤ ਮੁਰਾਰੀ। ਇਹ ਉਹਨਾਂ ਦੀ ਅਰਦਾਸ ਹੈ। ਅਰਦਾਸ ਕਰਦੇ ਅੱਖਾਂ ਚੋਂ ਹੰਝੂ ਆ ਜਾਂਦੇ। ਰੱਬ ਜੀ, ਸਾਰੇ ਗੁਰਮੁਖ ਸਭ ਸੁਹਾਗਣ ਗੁਰਮੁਖ ਮਾਣਹਿ ਰਲੀਆਂ ਤੁਹਾਡੇ ਨਾਲ ਜੁੜ ਕੇ ਆਨੰਦ ਮਾਣਦੇ ਹਨ। ਕਿਰਪਾ ਕਰੋ ਪਾਤਸ਼ਾਹ, ਇੱਕ ਦੇਵ ਹੋ ਰਾਤ ਮੁਰਾਰੀ। ਮਹਾਰਾਜ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਈ, ਜੀਵਨ ਰੂਪੀ ਰਾਤ ਵਿੱਚ ਤੁਹਾਡੇ ਨਾਲ ਜੁੜੇ ਹੋਈਏ। ਮਹਾਰਾਜ, ਇਹ ਬਖਸ਼ਿਸ਼ ਕਰੋ। ਇਹ ਆਨੰਦ ਗੁਰੂ ਕੇ ਪਿਆਰੇ ਮੰਗਦੇ ਤਾਂ ਰੋਂਦੇ ਹਨ। ਖਾਲਸਾ ਜੀ, ਉਹ ਵਾਹਿਗੁਰੂ ਵਾਹਿਗੁਰੂ ਨੂੰ ਜਪਦੇ ਜਪਦੇ ਉਹਦੇ ਵਿਰਾਗ ਵਿੱਚ ਆ ਜਾਂਦੇ ਹਨ। ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਏ। ਤੇ ਕੁਨਾਂ ਗੁਰੂ ਕੇ ਪਿਆਰਿਆਂ ਨੇ ਗੁਰੂ ਰਾਹੀਂ ਜੁੜ ਕੇ, ਗੁਰੂ ਨਾਲ ਜੁੜ ਕੇ, ਗੁਰੂ ਦਾ ਸ਼ਬਦ ਜਪ ਕੇ ਉਹਨਾਂ ਨੇ ਜਾਣ ਲਿਆ। ਗੁਰਮੁਖ ਜਾਤਾ ਕਿਵੇਂ ਜਾਣਿਆ? ਸ਼ਬਦ ਦੀ ਪਛਾਣ ਕਰਕੇ। ਵਾਹਿਗੁਰੂ ਸ਼ਬਦ ਕਰਕੇ ਸਾਰਿਆਂ ਵਿੱਚ ਹੈ। ਉਹ ਸਮਝ ਲਓ, ਹਵਾ ਚੱਲਦੀ ਹੈ। ਹਵਾ ਕੀ ਹੈ? ਪਵਨ। ਇਹੀ ਹੈ ਜੀ। ਪਵਨ ਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਪਵਨ ਗੁਰੂ। ਹਵਾ ਸਾਰਿਆਂ 'ਚ ਵਿਚਰ ਰਹੀ ਹੈ। ਗੁਰੂ ਸ਼ਬਦ, ਸ਼ਬਦ ਗੁਰੂ, ਗੁਰ ਸ਼ਬਦ ਹੈ। ਵਾਹਿਗੁਰੂ ਸ਼ਬਦ ਰੂਪ ਹੈ। ਪਵਨ ਗੁਰੂ ਗੁਰ ਸ਼ਬਦ ਹੈ। ਰਾਗ ਨਾਦ ਵਿਚਾਰਾ ਭਾਈ ਗੁਰਦਾਸ ਜੀ, ਕਿ ਉਹ ਸ਼ਬਦ ਰੂਪ ਵਾਹਿਗੁਰੂ ਸਾਰਿਆਂ ਵਿੱਚ ਵਿਚਰ ਰਿਹਾ ਹੈ। ਗੁਰਮੁਖਾਂ ਨੇ ਇਹ ਜਾਣਿਆ। ਗੁਰਮੁਖ ਜਾਤਾ ਸ਼ਬਦ ਪਛਾਤਾ, ਸ਼ਬਦ ਦੁਆਰਾ ਜਾਣ ਲਿਆ ਕਿ ਮੇਰਾ ਪਤੀ ਵਾਹਿਗੁਰੂ ਸਾਰਿਆਂ ਵਿੱਚ ਹੈ। ਸਾਰੇ ਗੁਰਮੁਖ ਉਸ ਨਾਲ ਜੁੜ ਕੇ ਸ਼ਬਦ ਰਾਹੀਂ ਆਨੰਦ ਮਾਣ ਰਹੇ ਹਨ। ਪਰ ਅਜੇ ਸਾਡੀ ਅਵਸਥਾ ਉਹ ਨਹੀਂ ਬਣੀ। ਉਹ ਤਾਂ ਰੋਂਦੇ ਹਨ। ਤਾਂ ਗੁਰਮੁਖਾਂ ਦੀ ਬੈਰਾਗਮਈ ਅਵਸਥਾ ਹੈ। ਉਹ ਬਾਰ-ਬਾਰ ਬੇਨਤੀ ਕਰ, ਰੱਬ ਜੀ ਕਿਰਪਾ ਕਰੋ। ਗੁਰਮੁਖ ਜਾਤਾ ਸ਼ਬਦ ਪਛਾਤਾ, ਸਾਚੈ ਪ੍ਰੇਮ ਸਮਾਏ। ਤੇ ਜਪਦੇ ਜਪਦੇ ਗੁਰੂ ਕੇ ਪਿਆਰੇ ਸੱਚੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਹੀ ਸਮਾ ਜਾਂਦੇ ਹਨ। ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਦਾਤਾ, ਕੂੜ ਮੁੱਠੀ ਕੂੜਿਆਰੇ। ਜਿਹੜੀ ਮਨਮੁਖ ਜੀਵ ਇਸਤਰੀ ਕੂੜ ਵਿੱਚ ਗਲਤਾਨ ਹੈ, ਝੂਠ ਵਿੱਚ ਮੁੱਠੀ ਹੋਈ ਹੈ। ਕੂੜ ਮੁੱਠੀ ਕੂੜਿਆਰੇ। ਉਹਨਾਂ ਮਨਮੁਖਾਂ ਨੇ ਆਪਣਾ ਪ੍ਰਮਾਤਮਾ ਨਹੀਂ ਜਾਣਿਆ। ਖਾਲਸਾ ਜੀਓ, ਉਹ ਸਾਰੇ ਬੈਠੇ ਆ। ਸਾਨੂੰ ਆਪਣਾ ਧਿਆਨ ਕਿਸੇ ਨੂੰ ਨਹੀਂ ਹੈ, ਬਗਾਨੇ ਦਾ ਧਿਆਨ ਹੈ। ਬਗਾਨੇ ਦੇ ਸਰੀਰ ਵੱਲ ਵੇਖਦੇ ਆ, ਬਗਾਨੇ ਨੂੰ ਸਮਝਾ ਰਹੇ ਆ। ਆਪਣੇ ਹਿਰਦੇ 'ਚ ਅੱਗ ਬਲਦੀ ਪਈ ਹੈ, ਉਸ ਅੱਗ ਨੂੰ ਬੁਝਾ ਨਹੀਂ ਰਹੇ। ਪਾਤਸ਼ਾਹ ਕਹਿੰਦੇ, ਬੰਦਿਆ ਪਹਿਲਾਂ ਆਪਣੀ ਅੱਗ ਬੁਝਾ ਲੈ। ਵਾਹਿਗੁਰੂ 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 ਜਿਹੜਾ ਵਾਹਿਗੁਰੂ ਅੰਦਰ ਬੈਠਾ ਹੈ, ਸਭ ਦਾ ਪਤੀ ਪਰਮੇਸ਼ਰ ਕਦੀ ਮਰਨ ਵਾਲਾ ਨਹੀਂ। ਜਿਨ੍ਹਾਂ ਨੇ ਉਹ ਜਾਣ ਲਿਆ ਉਹ ਧਨ ਹਨ। ਜਿਨ੍ਹਾਂ ਨਹੀਂ ਜਾਣਿਆ ਉਹ ਕੂੜ ਮੁੱਠੀ, ਝੂਠ ਵਿੱਚ ਹੀ ਗਲਤਾਨ ਹੋ ਕੇ, ਵਿਸ਼ੇ ਵਿਕਾਰਾਂ ਵਿੱਚ ਹੀ, ਮਾਇਆ ਵਿੱਚ ਹੀ, ਠੱਗੀਆਂ ਵਿੱਚ ਹੀ, ਕਾਮ ਕ੍ਰੋਧ ਲੋਭ ਦੇ ਵਿੱਚ ਗਲਤਾਨ ਹੋ ਕੇ ਉਹ ਆਪਣਾ ਜਨਮ ਗਵਾ ਰਹੇ ਹਨ। ਸੁਣਿਓ ਕੰਤ ਮਹਿਲਿਓ, ਫਿਰ
ਫਿਰ ਸੇਵੋ ਸ਼ਬਦ ਵਿਚਾਰੇ। ਗੁਰੂ ਪਾਤਸ਼ਾਹ ਦੁਬਾਰਾ ਫਿਰ ਰਿਪੀਟ ਕਰਦੇ, ਦੁਬਾਰਾ ਸਮਝਾਣਾ ਹੋਵੇ ਨਾ ਫਿਰ ਕੋਈ ਚੰਗੀ ਗੱਲ ਹੁੰਦੀ ਹੈ। ਜੇ ਪਿਤਾ ਪੁੱਤਰ ਨੂੰ ਭੇਜ ਰਿਹਾ, ਜਾ ਬੇਟਾ ਕੰਮ ਜਾ, ਜਾਣ ਲੱਗਦਾ ਨਾ ਧਿਆਨ ਰੱਖੀ ਇਹ ਕੰਮ ਕਰੀ ਇਹ ਨਾ ਕਰੀ, ਉਹ ਮਹਾਰਾਜ ਦੁਬਾਰਾ ਰਿਪੀਟ ਕਰਦੇ, ਐ ਜੀਵ ਰੂਪੀ ਇਸਤਰੀਓ ਸੁਣੋ, ਆਪਣੇ ਪਤੀ ਪ੍ਰਮਾਤਮਾ ਦੀ ਸੇਵਾ ਕਰੀਏ ਸ਼ਬਦ ਵਿਚਾਰ ਦੁਆਰਾ। ਹੁਣ ਜਿਹੜੀ ਘਰ ਵਾਲੀ ਟੁੱਟ ਕੇ ਭਵੇ ਪਤੀ ਨੂੰ, ਉਹ ਸੇਵਾ ਥੋੜੀ ਹੈ, ਤੇ ਜਿਹੜਾ ਪਤੀ ਪਤਨੀ ਨੂੰ ਟੁੱਟ ਕੇ ਪਵੇ ਉਹ ਵੀ ਖਾਲਸਾ ਗ੍ਰਸਤੀ ਚ ਪੂਰਾ ਨਹੀਂ ਹੈ, ਅਧੂਰਾ ਹੈ। ਪਾਤਸ਼ਾਹ ਕਹਿੰਦੇ ਸ਼ਬਦ ਦੁਆਰਾ, ਤੁਹਾਡੇ ਸ਼ਬਦਾਂ ਵਿੱਚ ਮਿਠਾਸ ਵੀ ਹੋਵੇ। ਮਿਠਾਸ ਤਾਂ ਹੀ ਆਵੇਗੀ ਜੇ ਅੰਦਰ ਸ਼ਬਦ ਦਾ ਜਾਪ ਕਰੋਗੇ। ਜੇ ਹਿਰਦੇ ਵਿੱਚ ਰੱਬ ਦਾ ਨਾਮ ਨਹੀਂ ਤੇ ਘਰ ਵਿੱਚ ਮਿਠਾਸ ਨਹੀਂ ਆਉਂਦੀ, ਝਗੜੇ ਹੀ ਵਧਣਗੇ। ਐ ਮੇਰੇ ਮਨਾ ਵਾਹਿਗੁਰੂ ਵਾਹਿਗੁਰੂ ਜਪਦਾ ਜਪਦਾ ਰੱਬ ਨਾਲ ਜੁੜ ਜਾ। ਸੁਣਿਓ ਕੰਤ ਮਹਿਲਿਓ ਫਿਰ ਸੇਵਿਓ ਸ਼ਬਦ ਵਿਚਾਰ। ਫਿਰ ਪ੍ਰਮਾਤਮਾ ਦੀ ਸੇਵਾ ਕਿਵੇਂ ਕਰੀਏ? ਸ਼ਬਦ ਦੀ ਵਿਚਾਰ। ਉਹ ਤਾਂ ਵਿਖਦਾ ਹੀ ਨਹੀਂ, ਉਹਦੇ ਕਿਵੇਂ ਭਾਂਡੇ ਮਾਂਜਾਂਗੇ ਜੀ, ਉਹਦੇ ਕਿਵੇਂ ਜੋੜੇ ਝਾੜਾਂਗੇ? ਇਹ ਭਾਂਡੇ ਮਾਂਜਣੇ ਜੋੜੇ ਝਾੜਨੇ ਭਲਾ ਹੈ, ਇੱਕ ਸਟੈਪ ਹੁੰਦਾ ਹੈ, ਕਹਿ ਲੋ ਦਰ ਬਦਰ ਅਵਸਥਾ। ਜਦੋਂ ਬੰਦਾ ਗੁਰੂ ਦੀ ਕਿਰਪਾ ਨਾਲ ਭਾਂਡੇ ਮਾਂਜ ਕੇ ਥੋੜਾ ਹਿਰਦੇ ਨੂੰ ਸਮਝ ਆਣੀ ਸ਼ੁਰੂ ਹੋ ਗਈ, ਟਿਕਣਾ ਸ਼ੁਰੂ ਹੋ ਗਿਆ ਨਾ, ਫਿਰ ਸ਼ਬਦ ਦੀ ਵਿਚਾਰ ਵੱਲ ਆਵੇ, ਫਿਰ ਵਾਹਿਗੁਰੂ ਸ਼ਬਦ ਵੱਲ ਜਾਪ ਕਰੇ ਉਹਦਾ। ਤੇ ਐ ਮੇਰੇ ਮਨਾ ਹੁਣ ਇਸ ਤਰ੍ਹਾਂ ਪਤੀ ਪ੍ਰਮਾਤਮਾ ਦੀ ਸੇਵਾ ਕਰ। ਸਭ ਜਗ ਆਪ ਪਾਇਓ ਨ ਆਵਣ ਜਾਨ ਸੰਸਾਰਾ। ਇਹ ਦੁਨੀਆ ਇੱਕ ਆ ਰਹੀ ਇੱਕ ਜਾ ਰਹੀ ਹੈ, ਇੱਕ ਆ ਰਹੀ ਇੱਕ ਜਾ ਰਹੀ ਹੈ। ਅੱਜ ਤੋਂ 20 ਸਾਲ ਪਹਿਲਾਂ ਇੱਥੇ ਕੋਈ ਹੋਰ ਬੈਠਾ ਹੋਣਾ, ਪੜ੍ਹਨ ਵਾਲੇ ਵੀ ਤੇ ਕਥਾ ਕਰਨ ਵਾਲੇ ਵੀ, ਸੁਣਨ ਵਾਲੇ ਵੀ ਕੋਈ ਹੋਰ ਹੋਣੇ। 10 ਸਾਲ ਬਾਅਦ ਪਤਾ ਨਹੀਂ ਕੋਈ ਹੋਰ ਆ ਜਾਏਗਾ। ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਸਾਨੂੰ ਯਾਦ ਹੈ ਸਾਰਿਆਂ ਨੂੰ, ਕਿਹਨੂੰ ਨਹੀਂ ਯਾਦ? ਸਭ ਨੂੰ ਯਾਦ ਹੈ। ਫਿਰ ਭੁੱਲ ਜਾਂਦੇ ਆ, ਫਿਰ ਕਹਿੰਦਾ ਚੱਲ ਮਾਇਆ ਮਿੱਠੀ ਹੈ, ਮੈਂ ਹੀ ਰਹਿਣਾ ਦੁਨੀਆ 'ਚ, ਦੂਜੇ ਨੂੰ ਤਾਂ ਮੈਂ ਮਾਰ ਦੇਣਾ ਹੈ। ਪਾਤਸ਼ਾਹ ਕਹਿੰਦੇ ਇਹ ਸਮਝ ਆਵਣ ਜਾਣ ਸੰਸਾਰਾ, ਆਵਣ ਜਾਣ ਸੰਸਾਰਾ, ਆਵਣ ਜਾਣ ਸੰਸਾਰਾ, ਆਵਣ ਜਾਣ ਸੰਸਾਰਾ। ਇੱਕ ਆ ਰਿਹਾ, ਦੂਜਾ ਤੁਰ ਗਿਆ। ਆਇਆ ਜਿਹੜੀ ਉਹਦੀ ਤਿਆਰੀ ਪਹਿਲਾਂ ਹੋ ਗਈ, ਆਉਣ ਤੋਂ ਪਹਿਲਾਂ ਤਿਆਰੀ ਪਹਿਲਾਂ ਵੀ ਇਤਨੇ ਸਮੇਂ ਬਾਅਦ ਆ ਜਾਈ। ਮਰਨ ਲਿਖਾਏ ਮੰਡਲ ਮੈਂ ਆਏ, ਤਿਆਰੀ ਪਹਿਲਾਂ ਹੋ ਗਈ। ਤੇ ਮਨਾ ਸਭ ਜਗ ਆਪ ਉਪਾਇਓ। ਜਿਸ ਵਾਹਿਗੁਰੂ ਨੇ ਸਾਰਾ ਸੰਸਾਰ ਪੈਦਾ ਕੀਤਾ ਉਹ ਵਿਨਾਸ਼ੀ ਹੈ, ਉਸ ਨਾਲ ਜੁੜ। ਹੁਣ ਇੱਥੇ ਮਰ ਡਰਾ ਨਹੀਂ ਰਹੇ, ਡਰਾ ਨਹੀਂ ਰਹੇ। ਪਾਤਸ਼ਾਹ ਕਹਿੰਦੇ ਰੱਬ ਨਾਲ ਜੁੜ, ਤੂੰ ਵੀ ਅਵਿਨਾਸ਼ੀ ਬਣ ਜਾਵੇਂਗਾ। ਅਖੀਰ ਦੱਸਣਗੇ ਮਹਾਰਾਜ ਕਿ ਪ੍ਰਮਾਤਮਾ ਪਤੀ ਤੇਰਾ ਅਵਿਨਾਸ਼ੀ ਹੈ, ਤੂੰ ਉਹਦਾ ਸਿਮਰਨ ਕਰ। ਮਾਇਆ ਮੋਖ ਵਾਇਨ ਮਰ ਜੰਮੈ ਵਾਰੋ ਵਾਰਾ। ਅਸੀਂ ਦੁਨੀਆ ਦੇ ਜੀ ਮਾਇਆ ਦੇ ਮੋਹ ਚ ਖੁਆਰ ਹੋ ਰਹੇ ਹਾਂ, ਦੁਖੀ ਹੋ ਰਹੇ ਹਾਂ। ਮਰ ਜੰਮੈ, ਮਰਦੇ ਹਾਂ ਫਿਰ ਜੰਮ ਪੈਂਦੇ ਹਾਂ, ਮਰਦੇ ਹਾਂ ਫਿਰ ਜੰਮ ਪੈਂਦੇ ਹਾਂ। ਮੁੜ ਮੁੜ ਕੇ ਖਾਲਸਾ ਜੀਓ ਸਾਡਾ ਗੇੜਾ ਚੱਲੀ ਜਾ ਰਿਹਾ ਹੈ। ਮਰ ਜੰਮੈ ਵਾਰੋ ਵਾਰਾ ਵਧੈ ਵਿਕਾਰਾ। ਗਿਆਨ ਵਿਹੂਣੀ ਮੂਠੀ। ਗਿਆਨ ਤੋਂ ਵਿਹੂਣ ਇੱਕ ਬੰਦਾ, ਵਿਹੂਣ ਕਹਿੰਦੇ ਵਾਂਝਾ, ਸਖਣਾ, ਜਿਹਨੂੰ ਆਪਣੇ ਆਤਮ ਸਰੂਪ ਦਾ ਗਿਆਨ। ਤੁਸੀਂ ਕਹੋ ਤਾਂ ਸਾਰੇ ਪੜ੍ਹੇ ਲਿਖੇ ਬੈਠੇ ਆ ਜੀ, ਸਭ ਨੇ ਡਿਗਰੀਆਂ ਕੀਤੀਆਂ ਹੋਈਆਂ, ਇਹ ਗਿਆਨ ਗੁਣ ਨਹੀਂ ਚੱਲਣਾ, ਧਿਆਨ ਰੱਖਣਾ, ਨਹੀਂ ਚੱਲਣਾ। ਭਾਵੇਂ ਦੁਨੀਆ ਦੀ ਕੋਈ ਪੜ੍ਹਾਈ ਕਰ ਲੋ, ਬੁਰਾ ਨਾ ਮੰਨਣਾ, ਧਾਰਮਿਕ ਪੜ੍ਹਾਈ ਵੀ ਕਰ ਲੋ, ਕੁਛ ਨਹੀਂ ਰਹਿਣੀ। ਰੱਬ ਦੇ ਕਰ। ਦੁਨੀਆ 'ਚ ਪੈਸਾ ਕਮਾਉਣ ਲਈ ਸਭ ਪੜ੍ਹਾਈਆਂ ਚੱਲਦੀਆਂ,
ਰੱਬ ਨਾਲ ਜੁੜਨ ਲਈ ਬਸ ਇਹਦੀ ਮਿਹਰ ਹੈ ਅਕਾਲ ਪੁਰਖ ਦੀ। ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਪਾਤਸ਼ਾਹ ਤੁਸੀਂ ਕਿਰਪਾ ਕਰੋ, ਆਪਣਾ ਗਿਆਨ ਤੁਸੀਂ ਦਿਓ ਮਹਾਰਾਜ। ਤੁਹਾਡਾ ਗਿਆਨ ਆਤਮ ਸਰੂਪ ਵਾਲਾ ਗਿਆਨ ਹੈ। ਜਿਹਨੂੰ ਉਹ ਗਿਆਨ ਨਹੀਂ ਮਿਲਿਆ, ਗਿਆਨ ਵੀ ਹੋਣੀ ਮੁੱਠੀ, ਉਹ ਠੱਗੀ ਹੋਈ ਹੈ। ਤੇ ਐਸੀ ਜਿਹੜੀ ਮਨਮੁਖ ਇਸਤਰੀ, ਉਹ ਮਾਇਆ ਦੇ ਮੋਹ ਵਿੱਚ ਗਲਤਾਨ ਹੈ। ਕੈਸਾ ਮਾਇਆ ਦਾ ਮੋਹ ਹੈ? ਦੱਸਦੇ ਪਾਤਸ਼ਾਹ ਜੀ ਕਿ ਮਨਾ ਵਾਹਿਗੁਰੂ ਸ਼ਬਦ ਤੋਂ ਬਿਨਾ ਸਾਰੀ ਦੁਨੀਆ ਮਾਇਆ ਦੇ ਮੋਹ ਵਿੱਚ ਗਲਤਾਨ ਹੈ। ਜਿਸ ਪ੍ਰਮਾਤਮਾ ਨੇ ਸਾਰੀ ਦੁਨੀਆ ਨੂੰ ਪੈਦਾ ਕੀਤਾ ਹੈ ਤੇ ਭਾਈ ਉਹ ਵਾਹਿਗੁਰੂ ਸਭ ਨੂੰ ਸਰੋਜੀ ਰੋਟੀ ਵੀ ਦੇ ਰਿਹਾ ਹੈ। ਉਹਦਾ ਧਿਆਨ ਰੱਖ। ਮਰ ਜੰਮੈ ਵਾਰੂ ਵਾਰਾ ਵਧੈ ਵਿਕਾਰਾ। ਦੁਨੀਆ ਮਰ ਮਰ ਕੇ ਜੰਮਦੀ ਹੈ, ਮੁੜ ਮੁੜ ਕੇ। ਰੱਬ ਜਿਹਨੂੰ ਭੁੱਲਿਆ ਹੋਇਆ ਨਾ, ਉਹ ਖਤਮ ਹੀ ਹੈ। ਜਿਹਨੂੰ ਰੱਬ ਯਾਦ ਹੈ, ਉਹ ਹਮੇਸ਼ਾ ਜੀਂਦਾ ਹੈ। ਜਿਹੜੇ ਮੁੜ ਮੁੜ ਕੇ ਜੰਮ ਰਹੇ ਸੀ, ਸਾਡੇ ਵਿਕਾਰ ਵੱਧ ਰਹੇ ਹਨ ਖਾਲਸਾ ਜੀ। ਇਹ ਮਤ ਸੋਚਣਾ ਕਿ ਚਲੋ ਇੱਕ ਵਾਰੀ ਖਤਮ ਹੋ ਗਏ ਤਾਂ ਫਿਰ ਮੁਕਤੀ ਹੋ ਜਾਵੇਗੀ। ਨਹੀਂ, ਮਰ ਜੰਮੈ ਵਾਰੋ ਵਾਰਾ, ਮੁੜ ਮੁੜ ਕੇ ਵਧੈ ਵਿਕਾਰਾ। ਉਹ ਵਿਕਾਰ ਵੱਧ ਰਹੇ ਹਨ। ਇੱਕ ਜੀਵਨ ਦੇ ਸੰਸਕਾਰ ਜਿਤਨੇ ਸੀ ਬੁਰੇ ਕੰਮ ਕੀਤੇ ਨਾ, ਉਹ ਸਾਡੇ ਹਿਰਦੇ ਚ ਜਾ ਕੇ ਟਿੱਕੇ ਬਹਿ ਜਾਂਦੇ। ਉੱਥੇ ਬੀਜ ਮਾਤਰ ਬਣ ਕੇ ਅਗਲੀ ਵਾਰੀ ਫਿਰ ਪ੍ਰਫੁੱਲਿਤ ਹੋ ਜਾਂਦੇ, ਉਹ ਅੰਕੁਰ ਹੋ ਜਾਂਦੇ। ਇਸ ਤਰ੍ਹਾਂ ਵਿਕਾਰ ਵਧੀ ਜਾ ਰਹੇ, ਵਧੇ ਵਿਕਾਰਾ, ਵਿਕਾਰ ਵਧੀ ਜਾ ਰਹੇ। ਤੇ ਗਿਆਨ ਤੋਂ ਵੀ ਹੋਣੀ ਜੀਵ ਰੂਪੀ ਇਸਤਰੀ, ਉਹ ਠੱਗੀ ਜਾ ਰਹੀ ਹੈ। ਬਿਨ ਸ਼ਬਦੈ ਪਿਰ ਨਾ ਪਾਇਓ, ਜਨਮ ਗਵਾਇਓ। ਰੋਵੇ ਅਵਗੁਣਿਆਰੀ ਝੂਠੀ। ਬਿਨਾਂ ਸ਼ਬਦ ਤੋਂ ਭਾਈ ਕਿਸੇ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸ਼ਬਦੈ ਪਿਰ ਨਾ ਪਾਇਓ। ਪਰਮਾਤਮਾ ਪਤੀ ਮਿਲੇ ਹਨ, ਜਨਮ ਬਿਰਥਾ ਚਲਾ ਗਿਆ। ਉਸ ਕਰਕੇ ਰੋਵੇ ਅਵਗੁਣਿਆਰੀ ਝੂਠੀ। ਔਗੁਣਿਆਂ ਦੀ ਭਰਪੂਰ ਔਗੁਣਿਆਰੀ। ਔਗੁਣਿਆਰੀ ਦਾ ਅਰਥ ਹੈ ਔਗੁਣਾ ਨਾਲ ਭਰਪੂਰ ਜੀਵ ਰੂਪੀ ਇਸਤਰੀ। ਅਸੀਂ ਬੰਦੇ ਰੋਂਦੇ ਰਹਿੰਦੇ ਹਾਂ। ਸਾਡਾ ਰੋਣਾ ਵੀ ਝੂਠ ਮੁੱਠਾ ਹੈ, ਝੂਠ ਮੁੱਠੀ। ਅਲਾਣੀਆਂ ਬਾਣੀ, ਇਸੇ ਰਾਗ ਵਿੱਚ ਅਲਾਣੀਆਂ ਬਾਣੀ ਹੈ। ਇਹ ਲਾਣੀਆਂ ਦੇ ਪੱਖ ਚੱਲਦੇ ਹਨ। ਪਹਿਲਾ ਮਹੱਲਾ ਤੀਜਾ, ਮਹੱਲਾ ਪਹਿਲਾ ਫਿਰ ਮਹੱਲਾ ਤੀਜਾ। ਇਹਨੂੰ ਵਿਦਵਾਨ ਜਨ ਅਲਾਣੀਆਂ ਹੀ ਮੰਨਦੇ ਆ। ਜਿਵੇਂ ਖਾਲਸਾ ਜੀਓ ਗੁਰੂ ਨਾਨਕ ਪਾਤਸ਼ਾਹ ਦੀ ਅਲਾਣੀਆਂ। ਅਲਾਹਣੀ ਕਹਿੰਦੇ ਅਲਾਪ ਕਰਨਾ, ਐਸਾ ਅਲਾਪ ਕਰਨਾ ਕਿ ਬੈਰਾਗ ਵਿੱਚ ਆ ਕੇ ਰੱਬ ਨੂੰ ਜੁੜਨ ਦੀ ਕਹਿ ਲੋ ਬੇਨਤੀਆਂ ਕਰਨੀਆਂ। ਇੱਥੇ ਵੀ ਆਪਣੇ ਔਗੁਣਾ ਨਾਲ ਭਰਪੂਰ ਜੀਵ ਰੂਪੀ ਇਸਤਰੀ ਨੂੰ ਮਹਾਰਾਜ ਸਿਖਾ ਰਹੇ ਹਨ ਕਿ ਇਹ ਜੀਵ ਰੂਪੀ ਇਸਤਰੀ ਬਿਨ ਸ਼ਬਦੈ ਪਿਰ ਨਾ ਪਾਇਓ, ਜਨਮ ਗਵਾਇਓ। ਰੋਵੈ ਅਵਗੁਣਿਆਰੀ ਝੂਠੀ। ਤੂੰ ਤਾਂ ਝੂਠੀ ਹੈ, ਤੇਰਾ ਰੋਣਾ ਵੀ ਝੂਠਾ ਹੈ। ਤੂੰ ਤਾਂ ਔਗੁਣਾ ਨਾਲ ਭਰਪੂਰ ਹੈ, ਤਾਂ ਰੋ ਰਹੀ ਹੈ। ਫਿਰ ਜਗ ਜੀਵਨ ਕਿਸ ਨੂੰ ਰੋਈਐ, ਰੋਵੇ ਕੰਤ ਵਿਸਾਰੇ। ਪਰਮਾਤਮਾ ਦੋ ਸਾਰੇ ਜਗਤ ਜੀਵਨ ਦਾ ਆਸਰਾ ਹੈ। ਜਗ ਜੀਵਨ, ਜਗ ਦੇ ਜੀਵਾਂ ਦਾ ਆਸਰਾ, ਇਹਨੂੰ ਕਹਿੰਦੇ ਜਗ ਜੀਵਨ। ਸਾਹਿਤ ਭਾਸ਼ਾ ਵਿੱਚ ਨ ਅੱਖਰ ਜਿਹਨੂੰ ਲੱਗ ਜਾਵੇ ਉਹਨੂੰ ਕਹਿੰਦੇ ਪਲੂਰਲ, ਬਹੁਵਚਨ, ਸਿੰਗੂਲਰ ਅਤੇ ਪਲੂਰਲ। ਜਿਵੇਂ ਅਸੀਂ ਐਸ ਲਗਾਉਂਦੇ ਆ ਤੇ ਆਮ ਕਹਿੰਦੇ ਕਿਤਾਬਾਂ, ਉਹ ਬਲ ਲੱਗੇ ਨਾ ਬਹੁਵਚਨ। ਤੇ ਸਾਹਿਤ ਭਾਸ਼ਾ 'ਚ ਨੰਨਾ ਸ਼ਬਦ ਆ ਜਾਂਦਾ ਹੈ। ਜੀਵ ਨ, ਜੀਵਨ, ਇੱਕ ਜੀਵ ਇੱਕ ਲਈ, ਨ ਲੱਗ ਗਿਆ ਸਾਰਿਆਂ ਲਈ। ਜਗ ਜੀਵਨ ਜੋ ਪ੍ਰਮਾਤਮਾ ਸਾਰੇ ਜਗਤ ਦੇ ਜੀਵਾਂ ਦਾ ਆਸਰਾ ਹੈ, ਉਹ ਵਾਹਿਗੁਰੂ। ਇਹ ਮਨਾ ਤੂੰ ਉਹਨੂੰ ਭੁਲਾ ਦਿੱਤਾ ਹੈ। ਫਿਰ ਜਗ ਜੀਵਨ, ਫਿਰ ਪਤੀ ਵਾਹਿਗੁਰੂ ਸਾਰੇ ਜਗਤ ਦੇ ਜੀਵਾਂ ਦਾ ਆਸਰਾ ਹੈ। ਕਿਸ ਨੂੰ ਰੋਈਏ ਭਾਈ? ਉਹਨੂੰ ਕਿਉਂ ਰੋਈਏ? ਉਹ ਤਾਂ ਮਰਦਾ ਹੀ ਨਹੀਂ। ਉਹ ਤਾਂ ਸਾਰੇ ਜੀਵਨ ਆਸਰਾ ਹੈ, ਉਹ ਮਰਦਾ ਨਹੀਂ। ਉਹਨੂੰ ਕਿਉਂ ਰੋਨੇ ਹੋ?
ਰੋਵੈ ਕੰਤ ਵਿਸਾਰ, ਤੇਰਾ ਰੋਣਾ ਪਰਮਾਤਮਾ ਨੂੰ ਭੁਲਾ ਕੇ ਹੈ। ਜੇ ਉਹਨੂੰ ਯਾਦ ਰੱਖੇਂਗੀ, ਐ ਮੇਰੀ ਜੀਵ ਰੂਪੀ ਇਸਤਰੀ, ਐ ਮੇਰੇ ਮਨ, ਤੇ ਕਦੀ ਤੇਰਾ ਰੋਣਾ ਨਹੀਂ ਆਵੇਗਾ। ਸਭ ਜਗ ਆਪ ਪਾਇਓ ਨਾ, ਆਵਣ ਜਾਨ ਸੰਸਾਰੇ। ਪਾਸ਼ਾ ਫਿਰ ਸਮਝਾ ਰਹੇ, ਮਨਾ ਇਹ ਸਾਰੀ ਦੁਨੀਆ ਰੱਬ ਨੇ ਆਪ ਪੈਦਾ ਕੀਤੇ, ਇੱਕ ਆ ਰਿਹਾ ਇੱਕ ਜਾ ਰਿਹਾ, ਹੁਕਮ ਵਿੱਚ ਰਹਿ, ਹੁਕਮ ਵਿੱਚ ਰਵੇਗਾ, ਕਦੀ ਦੁਖੀ ਨਹੀਂ ਹੋਵੇਗਾ। ਉਹ ਫਿਰ ਸੱਚਾ ਸਦ ਹੀ ਸਾਚਾ ਹੈ, ਨਾ ਉਹ ਮਰੈ ਨਾ ਜਾਏ। ਉਹ ਵਾਹਿਗੁਰੂ, ਹੁਣ ਇੱਥੇ ਬਾਣੀ ਵਿੱਚ ਸੋ ਉਹ ਤਾਂ ਮਤਲਬ ਹੈ ਦੂਰ ਹੈ ਕੋਈ, ਕਹਿੰਦੇ ਉਹ ਕੋਈ ਦੂਰ ਹੋਵੇਗਾ ਨਾ ਕੋਈ। ਬਾਣੀ 'ਚ ਇਹ ਵੀ ਆਇਆ ਹੈ, ਉਹ ਤਾਂ ਆਇਆ ਹੈ ਵੀ ਜੇ ਅਸੀਂ ਰੱਬ ਤੋਂ ਦੂਰ ਹਾਂ। ਪਾਤਸ਼ਾਹ ਕਹਿੰਦੇ ਤੂੰ ਜਪਦੇ ਨਹੀਂ, ਤਾਂ ਕਰ ਕਹਿੰਦੇ ਉਹ ਜਿਹੜਾ ਜਪਦਾ ਹੁੰਦਾ, ਕਹਿੰਦੇ ਮਹਾਰਾਜ ਇਹੀ ਹੈ, ਇੱਥੇ ਹੀ ਹੈ। ਉਹ ਕਹਿੰਦਾ ਜਲਸ ਤੋਂ ਹੀ, ਥਲਸ ਤੋਂ ਹੀ, ਨਦਿਸ ਤੋਂ ਹੀ, ਨਦਸ ਤੋਂ ਹੀ, ਬ੍ਰਿਛਸ ਤੋਂ ਹੀ, ਪਤਸ ਤੋਂ ਹੀ, ਸਾਰੇ ਪਾਸੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਫਿਰ ਉਹ ਇਹ ਨਹੀਂ ਕਹਿੰਦਾ। ਇੱਥੇ ਪਾਤਸ਼ਾਹ ਸਾਨੂੰ ਦੱਸ ਰਹੇ ਨੇ ਵੀ ਬੰਦਿਆ ਤੂੰ ਰੱਬ ਤੋਂ ਦੂਰ ਹੈ, ਤਾਂ ਤੇਰੇ ਲਈ ਉਹ ਆਖਿਆ ਉਹ ਵਾਹਿਗੁਰੂ। ਪਾਤਸ਼ਾਹ ਕਹਿੰਦੇ ਸੋ ਉਹ ਵਾਹਿਗੁਰੂ ਪਰਮਾਤਮਾ ਜੋ ਸਾਰੇ ਜਗਤ ਦੇ ਜੀਵਾਂ ਦਾ ਆਸਰਾ ਹੈ। ਸੋ ਫਿਰ ਸਾਚਾ, ਸੱਚਾ ਸੱਚਾ ਹੈ, ਸਦ ਹੀ ਸਾਚਾ ਹੈ, ਹਮੇਸ਼ਾ ਹੀ ਸੱਚਾ ਹੈ। ਨਾ ਉਹ ਮਰੈ ਨਾ ਉਹ ਮਰਦਾ ਤੇ ਨਾ ਛੱਡ ਕੇ ਜਾਂਦਾ ਹੈ। ਭੁੱਲੀ ਫਿਰੈ ਧਨ ਆਣੀਆਂ, ਰੰਡ ਬੈਠੀ ਦੂਜੇ ਭਾਏ। ਜੇ ਅੱਜ ਗੱਲ ਇੱਕ ਗੱਲ ਬਣ ਗਈ, ਪਾਸ਼ਾ ਨੇ ਵਰਤੀ ਇੱਥੇ ਰੰਡ। ਰੰਡ ਦਾ ਅਰਥ ਬਾਸ਼ਾ ਨਾਲ ਹੀ ਲਿਖਦੇ ਨੇ। ਰੰਡ ਕੌਣ ਹੈ? ਬੈਠੀ ਦੂਜੇ ਪਾਏ, ਰੱਬ ਨੇ ਨਾਲ ਹੀ ਅਰਥ ਕਰਤਾ। ਕੌਣ ਹੈ ਰੰਡ ਜੀ? ਦੁਨੀਆ 'ਚ ਮੰਨਦੇ ਹਾਂ ਜਿਹਦਾ ਪਤੀ ਚਲਾ ਜਾਵੇ। ਪਾਸ਼ਾ ਕਹਿੰਦੇ ਉਹ ਨਹੀਂ, ਉਹ ਤੁਹਾਡੇ ਲਈ ਹੋਵੇਗਾ, ਉਹ ਦੁਨੀਆ ਦੀ ਭਾਸ਼ਾ 'ਚ ਹੋਵੇਗਾ। ਜਿਹੜੀ ਦੂਜੇ ਭਾਵ ਵਿੱਚ, ਦਵੈਤ ਭਾਵ ਵਿੱਚ ਬੈਠੀ ਹੈ, ਉਹ ਰੰਡ ਹੈ। ਉਹਨੇ ਆਪਣੇ ਪਤੀ ਨੂੰ ਭੁਲਾ ਦਿੱਤਾ, ਪਤੀ ਭੁੱਲ ਗਿਆ ਤੇ ਖਤਮ। ਦੂਜਾ ਭਾਵ ਕੀ ਹੈ? ਮਾਇਆ ਦਾ ਪੱਖ, ਵਿਸ਼ੇ ਵਿਕਾਰੀ ਪੱਖ। ਰੱਬ ਨੂੰ ਭੁੱਲ ਕੇ ਖਾਲਸਾ ਜੀ ਅਸੀਂ ਸਾਰੇ ਕਹਿ ਲੋ ਰੰਡ ਬਣੇ ਹੋਏ ਆ, ਸਾਰਿਆਂ ਲਈ ਹੈ। ਜਿਹਨੂੰ ਰੱਬ ਯਾਦ ਹੈ ਉਹ ਸੁਹਾਗਣ ਹੈ, ਉਹਨੂੰ ਕਹੇ ਗੁਰਮੁਖ। ਜਿਹਨੂੰ ਰੱਬ ਯਾਦ ਨਹੀਂ ਉਹਨੂੰ ਕਹਿੰਦੇ ਦੁਹਾਗਣ। ਸੂਹੀ ਰਾਗ ਵਿੱਚ 3 ਬਾਣੀਆਂ ਇਕੱਠੀਆਂ ਹਨ, ਕੁਚੱਜੀ, ਸੁਚੱਜੀ, ਗੁਣਵੰਤੀ। ਕੁਚੱਜ ਜਿਹਨੂੰ ਕੋਈ ਚੱਜ ਆਚਾਰ ਨਹੀਂ, ਸੁਚੱਜ ਸ੍ਰੇਸ਼ਟ ਚੱਜ ਆਚਾਰ ਵਾਲੀ, ਗੁਣਵੰਤੀ ਗੁਣਾ ਵਾਲੀ। ਜਿਹਨੂੰ ਚੱਜ ਚਾਰ ਨਹੀਂ ਉਹ ਮਾਇਆ ਦੇ ਮਗਰ ਲੱਗੀ। ਮੰਜ ਕੁਚੱਜੀ ਅਮਾਵਨ ਡੋਸੜੇ, ਹੋ ਕਿਉਂ ਸੋਹਰਾਵਣ ਜਾਓ ਜੀਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੰਜ ਕੁਚੱਜੀ ਅਮਾਵਨ ਡੋਸੜੇ। ਮਹਾਰਾਜ ਮੇਰੇ ਵਰਗੀ ਕੁਚੱਜੀ ਮਹਾਰਾਜ ਕਿਤਨੇ ਮੇਰੇ ਵਿੱਚ ਮਹਾਰਾਜ ਡੋਸੜੇ ਦੁੱਖ ਹਨ, ਪਾਪ ਹਨ, ਦੁੱਖ ਮੇਰੇ ਕਿਤਨੇ ਗੁਨਾਹ ਹਨ। ਅਮਾਵਣ ਵਿੱਚ ਮਾਉਂਦੇ ਨਹੀਂ, ਸਮਾਉਂਦੇ ਨਹੀਂ। ਅਮਾਵਣ ਕਹਿੰਦੇ ਸਮਾਉਂਦੇ ਨਹੀਂ, ਪਹਿਲਾਂ ਹੀ ਔਗੁਣਾਂ ਨਾਲ ਭਰਪੂਰ ਆ ਮਹਾਰਾਜ। ਮੇਰੇ ਅੰਦਰ ਲੱਕੋ ਨੱਕ ਔਗੁਣ ਭਰੇ ਹੋਏ, ਹੋਰ ਕਿੱਧਰ ਮਹਾਰਾਜ ਔਗੁਣ ਮੈਂ ਪਾਵਾਂ? ਅਜੇ ਵੀ ਔਗੁਣ ਕਰੀ ਜਾਂਦੀ ਆ। ਉਹਨੂੰ ਕਹਿੰਦੇ ਕੁਚੱਜੀ, ਕੋਈ ਚੱਜ ਚਾਰ ਨਹੀਂ। ਸੁਚੱਜੀ ਜਿਹੜੇ ਚੱਜ ਚਾਰ ਸ੍ਰੇਸ਼ਟ ਹਨ, ਜਿਹੜੇ ਰੱਬ ਦੇ ਭਾਣੇ ਵਿੱਚ ਰਹਿਣ ਵਾਲੀ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਆਪਣੇ ਆਪ ਨੂੰ ਜਾਣੀਏ, ਜਾਣਨਾ ਪਵੇਗਾ, ਉਹ ਵਾਹਿਗੁਰੂ ਨਾਲ ਜੁੜਨਾ ਪਵੇਗਾ। ਨਹੀਂ ਤਾਂ ਦੂਜੀ ਰੰਡ ਬੈਠੀ ਦੂਜੇ ਪਾਏ,
ਦੂਜੇ ਭਾਵ ਵਿੱਚ ਜਿਹੜੇ ਮਾਇਆ ਦੇ ਮੋਹ ਚ ਗਲਤਾਨ, ਦੁਬਿਧਾ ਚ ਗਲਤਾਨ, ਉਹ ਰੰਡ ਹਨ। ਭੂਲੀ ਫਿਰੈ ਧਨ ਇਆਣੀਆ, ਧਨ ਜੀਵ ਇਸਤਰੀ, ਇਆਣੀ ਅਣਜਾਣ, ਉਹ ਭੁੱਲੀ ਫਿਰਦੀ ਹੈ, ਆਪਣੇ ਪਤੀ ਨੂੰ ਭੁਲਾ ਕੇ ਮਾਇਆ ਵਿੱਚ ਗਲਤਾਨ ਹੈ, ਉਹੀ ਰੰਡ ਹੈ। ਰੰਡ ਬੈਠੀ ਦੂਜੈ ਭਾਏ, ਮਾਇਆ ਦੋ ਮੋਹ ਦੁਖ ਪਾਏ, ਆਵ ਘਟੈ ਤਨ ਛੀਜੈ। ਐ ਮਨਮੁਖ ਜੀਵ ਇਸਤਰੀ, ਤੂੰ ਦੂਜੇ ਭਾਵ ਵਿੱਚ ਗਲਤਾਨ ਹੈ। ਰੰਡ ਬੈਠੀ ਦੂਜੇ ਭਾਏ, ਮਾਇਆ ਦੇ ਮੋਹ ਵਿੱਚ ਗਲਤਾਨ, ਆਵ ਘਟੈ, ਤੇਰੀ ਉਮਰ ਘਟ ਰਹੀ ਹੈ। ਤਨ ਛੀਜੈ, ਸਰੀਰ ਆਸਤਾ ਆਸਤਾ ਛਿਜ ਰਿਹਾ ਹੈ। ਜਿਵੇਂ ਕੱਪੜਾ ਬਾਰ-ਬਾਰ ਧੋਈ ਜਾਓ ਨਾ, ਇੱਕ ਸਮੇਂ ਅਨੁਸਾਰ ਬਿਲਕੁਲ ਖਾਲਸਾ ਜੀਓ ਛਿਜ ਜਾਂਦਾ ਹੈ, ਤੇ ਸਰੀਰ ਵੀ ਆਸਤਾ ਆਸਤਾ ਅਸੀਂ ਰੋਜ਼ ਮਲ ਮਲ ਕੇ ਧੋਨੇ ਆ। ਇਤਨੇ ਸ਼ਿੰਗਾਰ ਕਰਕੇ ਪਿੰਡੇ ਲਾਣੇ ਆ ਵੀ ਅਖੀਰ ਤੇ ਕਹਿੰਦਾ ਪਿੰਡਾ, ਕਹਿੰਦਾ ਬਸ ਕਰ ਹੁਣ ਤਾਂ, ਬਸ ਕਰ, ਬੜਾ ਚਮਕਾ ਲਿਆ ਮੈਨੂੰ, ਹੁਣ ਤਾਂ ਮੈਨੂੰ ਜਾਣ ਦੇ। ਤੇ ਮਨਾ ਇਸ ਤਰ੍ਹਾਂ ਤੇਰਾ ਸਰੀਰ ਛਿਜ ਰਿਹਾ ਹੈ। ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਭਾਏ ਦੂਜੈ। ਜੋ ਕਿਛ ਆਇਆ ਹੈ, ਸਾਰੇ ਨੇ ਆਖਿਆ, ਕੇਵਲ ਮਨੁੱਖ ਲਈ ਨਹੀਂ, ਹਰ ਵਸਤੂ ਲਈ ਆਖਿਆ ਇੱਥੇ। ਜੋ ਕਿਛ ਆਇਆ ਸਭ ਕਿਛ ਜਾਸੀ, ਸਭ ਕੁਛ ਜਾ ਰਿਹਾ ਹੈ। ਕੋਈ ਵਸਤੂ ਬਣੀ ਹੈ, ਖਤਮ ਹੋ ਰਹੀ ਹੈ, ਕੋਈ ਬਿਲਡਿੰਗ ਬਣੀ ਹੈ, ਖਤਮ ਹੋ ਰਹੀ ਹੈ, ਜੋ ਵੀ ਚੀਜ਼ ਹੈ। ਇੱਥੇ ਤੱਕ ਪਾਤਸ਼ਾਹ ਕਹਿੰਦੇ ਸਰੀਰ ਕਰਕੇ ਰਾਮ ਗਇਓ ਰਾਵਨ ਗਇਓ, ਜਾਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਸੁਪਨੇ ਵਤ ਇਹ ਸੰਸਾਰ ਹੈ। ਸੁਪਨਾ ਰਾਤ ਨੂੰ ਵੇਖਿਆ ਹੋਣਾ ਸਾਰਿਆਂ ਨੇ, ਖਤਮ ਹੋ ਗਿਆ ਨਾ, ਉਹ ਸੱਚਾ ਨਹੀਂ ਸੀ। ਇਹ ਦੁਨੀਆ ਸੁਪਨੇ ਵਤ ਹੈ ਭਾਈ, ਜਿਹੜਾ ਆਇਆ ਉਹ ਜਾ ਰਿਹਾ। ਜੋ ਕਿਛ ਆਇਆ ਸਭ ਕੁਛ ਜਾਸੀ, ਦੁੱਖ ਲਾਗਾ ਭਾਏ ਦੂਜੈ। ਦੂਜੇ ਭਾਏ ਦਾ ਅਰਥ ਹੁੰਦਾ ਪ੍ਰੇਮ। ਹੁਣ ਇੱਥੇ ਪ੍ਰੇਮ ਕੀ ਹੈ? ਇੱਥੇ ਦੁਬਦਾ ਰੂਪੀ ਪ੍ਰੇਮ ਹੈ, ਮੋਹ ਰੂਪੀ ਪ੍ਰੇਮ ਹੈ, ਅਸਲ ਪ੍ਰੇਮ ਨਹੀਂ। ਦੂਜਾ ਲੱਗਿਆ ਨਾ, ਦੁਬਦਾ ਵਾਲਾ ਵੀ ਸਮਾਜ ਨਾਲ, ਵਿਸ਼ੇ ਵਿਕਾਰਾਂ ਨਾਲ, ਮਾਇਆ ਨਾਲ ਜਿਹਦਾ ਪ੍ਰੇਮ ਹੈ, ਉਹ ਦੁਖੀ ਰਹਿੰਦੇ ਹਨ। ਜਮਕਾਰ ਨ ਸੂਝੈ ਮਾਇਆ ਜਗ ਲੂਝੈ, ਲੱਭ ਲੋਭ ਚਿਤ ਲਾਏ। ਐ ਮਨਾ ਲੱਭ ਲੋਭ ਨਾਲ ਤੇਰਾ ਮਨ ਜੁੜਿਆ ਹੋਇਆ ਹੈ। ਹਰ ਵੇਲੇ ਸਭ ਕੁਛ ਆਣਦੇ ਮੇਰੇ ਕੋਲ। ਕੀ ਹੈ ਬੰਦੇ ਕੋਲ? ਬੰਦਾ ਕਹਿੰਦਾ ਜੋ ਕੁਛ ਹੈ ਮੇਰੇ ਕੋਲ ਆਣ ਤੇ। ਪਤਾ ਨਹੀਂ ਕਿੰਨੀ ਪਕੜ ਹੈ ਸਾਨੂੰ ਹਰ ਵਸਤੂ ਦੀ। ਛੋਟੀ ਛੋਟੀ ਵਸਤੂ ਸਾਂਭ ਕੇ ਰੱਖੀ, ਇਹਨੇ ਕੰਮ ਆਵੇ, ਕੰਮ ਆਵੇ। ਕੰਮ ਤਾਂ ਭਜਨ ਆਣਾ ਸੀ। ਜੋ ਚੀਜ਼ ਵਸਤੂ ਕੰਮ ਆਣੀ ਸੀ ਉਹ ਭੁਲਾ ਦਿੱਤੀ ਹੈ। ਇੱਕ ਬਸਤ ਅਗੋਚਰ ਪਾਈ, ਘਟ ਦੀਪਕ ਰਿਹਾ ਸਮਾਈ। ਕਬੀਰ ਸਾਹਿਬ ਕਹਿੰਦੇ ਵਸਤੂ ਗੋਚਰ ਤਾਂ ਪਾ ਲਈ, ਹੁਣ ਹਿਰਦੇ ਵਿੱਚ ਹੀ ਰੱਬ ਨੇ ਪ੍ਰਕਾਸ਼ ਕਰ ਦਿੱਤਾ। ਉਹ ਵਸਤੂ ਦੀ ਲੋੜ ਸੀ, ਪਰ ਬੰਦਾ ਕਹਿੰਦਾ ਸਭ ਕੁਛ ਆਣਦੇ, ਲੱਭ ਲੋਭ। ਇਸ ਵਿੱਚ ਬੰਦਾ ਗਲਤਾਨ ਹੈ। ਪਾਤਸ਼ਾਹ ਕਹਿੰਦੇ ਸਮਝ ਲਓ ਜਮਕਾਲ ਨਾ ਸੂਝੈ। ਬੰਦੇ ਨੂੰ ਜਮਕਾਲ ਨਹੀਂ ਸੁਝ ਰਿਹਾ, ਮੌਤ ਨਜ਼ਰ ਨਹੀਂ ਆ ਰਹੀ। ਬੰਦਾ ਵਸਤੂਆਂ ਇਕੱਠੀ ਕਰੀ ਜਾ ਰਿਹਾ। ਮਾਇਆ ਜਗ ਲੂਝ ਹੈ, ਦੁਨੀਆ ਵਿੱਚ ਮਾਇਆ ਕਰਕੇ ਲੁਝਿਆ ਫਿਰਦਾ ਹੈ। ਮਨਾ ਧਿਆਨ ਰੱਖੀ, ਇਸ ਲਵ ਲੋਭ ਕਰਕੇ ਤੂੰ ਆਪਣਾ ਆਪ ਗਵਾ ਦਿੱਤਾ ਹੈ। ਸੋ ਫਿਰ ਸਾਚਾ ਸਦ ਹੀ ਸਾਚਾ, ਨਾ ਉਮਰੈ ਨ ਜਾਏ। ਉਹ ਵਾਹਿਗੁਰੂ ਸੋ ਫਿਰ ਸਾਚਾ, ਉਹ ਪਤੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
ਸਾਚਾ। ਸੱਚਾ ਵਾਹਿਗੁਰੂ ਹੈ, ਹਮੇਸ਼ਾ ਸੱਚਾ ਰਹਿਣ ਵਾਲਾ ਹੈ। ਨਾ ਉਹ ਮਰੇਗਾ ਨਹੀਂ, ਨਾ ਛੱਡ ਕੇ ਜਾਵੇਗਾ। ਆਮ ਕਹਿੰਦੇ ਮੈਂ ਘਰ ਛੱਡ ਕੇ ਚੱਲਿਆ, ਉਹ ਘਰ ਛੱਡ ਕੇ ਨਹੀਂ ਜਾਵੇਗਾ। ਤੇਰੇ ਹਿਰਦੇ ਵਿੱਚ ਹੀ ਵਾਹਿਗੁਰੂ ਬੈਠਾ ਹੈ ਤੇ ਬੈਠਾ ਰਹੇਗਾ। ਇਕ ਰੋਵੇਂ ਫਿਰ ਹੈ ਬਚੁੰਨੀਆਂ, ਅੰਦੀ ਨਾ ਜਾਣੈ ਫਿਰ ਨਾਲੇ। ਇੱਕ ਆਪਣੇ ਪਿਰ ਪਰਮਾਤਮਾ ਤੋਂ ਵਿਛੜ ਕੇ ਰੋਂਦੀਆਂ ਹਨ। ਜਦੋਂ ਇਹ ਸਮਾਜ ਦਾ ਵਿਧਾਨ ਬਣਿਆ ਹੋਇਆ, ਪਤੀ ਨੇ ਛੱਡ ਕੇ ਸਰੀਰ ਜਾਣਾ ਤੇ ਪਤਨੀਆਂ ਰੋਂਦੀਆਂ। ਕੀ ਹੈ ਰੋਣਾ? ਕਈ ਪੱਖ ਹੁੰਦੇ ਆ। ਇੱਕ ਤਾਂ ਸਵਾਰਥ, ਬਹੁਤਾ ਹੁੰਦਾ ਸਵਾਰਥ, ਕਿ ਮੈਨੂੰ ਹੁਣ ਜੀਵਨ ਦਾ ਆਸਰਾ ਕਿਵੇਂ ਮਿਲੇਗਾ, ਉਹ ਹੁੰਦਾ ਹੈ ਮੋਹ ਆਦਿਕ। ਜੇ ਅਸਲ ਸਮਝ ਆਵੇ ਪ੍ਰਮਾਤਮਾ ਪਤੀ ਮੇਰੇ ਹਿਰਦੇ ਵਿੱਚ ਹੈ, ਇਹ ਸਰੀਰਾਂ ਦੇ ਸੰਬੰਧ ਬੜੇ ਸੀ। ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਗੁਰੂ ਪਾਤਸ਼ਾਹ ਦੀ ਬਾਣੀ ਇਸ ਹੌਸਲਾ ਦੇ ਸਮਝਾਉਂਦੀ ਹੈ, ਹੌਸਲਾ ਦੇ ਰਹੀ ਹੈ ਵੀ ਸਮਝ। ਅਸਲ ਭਾਵ ਇਹ ਸੀ, ਇੱਕ ਰੋਗ ਹੈ ਪਿਰੈ ਵਿਛੁੰਨੀਆਂ, ਅੰਧੀ ਨਾ ਜਾਣੈ। ਜੀਵ ਰੂਪੀ ਇਸਤਰੀ ਅੰਨੀ ਹੈ, ਨਹੀਂ ਜਾਣਦੀ। ਪਿਰ ਹੈ ਨਾਲੇ, ਵਾਹਿਗੁਰੂ ਨਾਲ ਹੈ। ਸਾਰੇ ਸਾਥ ਛੱਡ ਕੇ ਚਲੇ ਜਾਂਦੇ, ਪਰ ਵਾਹਿਗੁਰੂ ਸੰਗ ਸਖਾ ਸਭ ਤਜ ਗਏ। ਸਾਰੇ ਛੱਡ ਕੇ ਚਲੇ ਗਏ, ਕੋਈ ਵੀ ਨਾਲ ਨਹੀਂ ਲੱਭਦਾ। ਪਰ ਵਾਹਿਗੁਰੂ ਪਿਰ ਹੈ ਨਾਲੇ, ਉਹ ਨਾਲ ਹੈ, ਨਾਲ ਰਹੇਗਾ। ਗੁਰ ਪ੍ਰਸਾਦੀ ਸਾਚਾ ਪਿਰ ਮਿਲੈ, ਅੰਤਰ ਸਦਾ ਸੰਭਾਲੇ। ਐ ਮਨਾ ਗੁਰੂ ਦੀ ਕਿਰਪਾ ਸਦਕਾ ਤੇਰਾ ਅਗਿਆਨ ਦਾ ਹਨੇਰਾ ਦੂਰ ਹੋਵੇਗਾ। ਸੱਚਾ ਵਾਹਿਗੁਰੂ ਤੈਨੂੰ ਮਿਲੇਗਾ, ਪਰ ਜਪ ਤਾਂ ਸਹੀ, ਅੰਦਰ ਤਾਂ ਜਾ। ਅੰਦਰ ਵਾਹਿਗੁਰੂ ਨੂੰ ਚੇਤੇ ਰੱਖ। ਫਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਮਨ ਮੁਖ ਜਾਤਾ ਦੂਰੇ। ਮਨਮੁਖਾਂ ਨੇ ਜਾਣਿਆ ਰੱਬ ਬੜਾ ਦੂਰ ਹੈ, ਸਤਵੇਂ ਆਕਾਸ਼ ਤੇ ਬੈਠਾ। ਚਲੋ ਮौज ਮਸਤੀ ਕਰੀ ਜਾਓ। ਗੁਰਮੁਖ ਕਹਿੰਦੇ ਨਹੀਂ, ਕਿੱਥੇ ਹੈ ਜੀ? ਗੁਰ ਮੇਰਾ ਸੰਗ ਸਦਾ ਹੈ ਨਾਲੇ, ਵਾਹਿਗੁਰੂ ਵਾਹਿਗੁਰੂ। ਅੱਧੇ ਮਿੰਟ ਲਈ ਆਪਣੇ ਸਰੀਰ ਤੋਂ ਵੀ ਨੇੜੇ ਵਾਹਿਗੁਰੂ ਨੂੰ ਦੇਖੀਏ। ਚਲੋ ਦੇਖਣਾ ਦੂਰ ਹੈ, ਸਮਝ ਲਈਏ ਪਾਤਸ਼ਾਹ ਸਭ ਤੋਂ ਨੇੜੇ ਤੁਸੀਂ ਹੋ। ਵਾਹਿਗੁਰੂ ਸਭ ਤੋਂ ਨੇੜੇ ਵਾਹਿਗੁਰੂ ਹੈ। ਹੁਣ ਜਿਹੜਾ ਨੇੜੇ ਹੈ, ਉਹ ਨੇੜੇ ਕਿਉਂ ਹੈ ਜੀ? ਆਪ ਹੀ ਬੋਲਦਾ ਹੈ, ਆਪ ਹੀ ਸੁਣਦਾ ਹੈ, ਆਪ ਹੀ ਆਤਮ ਸਰੂਪ ਕਰਕੇ ਸਭ ਨੂੰ ਸੁਣਾ ਵੀ ਰਿਹਾ, ਖਾ ਵੀ ਰਿਹਾ। ਉਹ ਵਾਹਿਗੁਰੂ ਹੈ। ਗੁਰਮੁਖਾਂ ਨੇ ਨੇੜੇ ਜਾਣ ਲਿਆ, ਪਰ ਮਨਮੁਖ ਜਾਤਾ ਦੂਰੇ। ਮਨਮੁਖਾਂ ਨੇ ਉਹਨੂੰ ਦੂਰ ਜਾਣਿਆ ਹੈ। ਫਿਰ ਅੰਤਰ ਵਾਹਿਗੁਰੂ ਹੈ ਅੰਦਰ, ਉਹਨੂੰ ਯਾਦ ਰੱਖ। ਸਦਾ ਹੈ ਨਾਲੇ, ਹਮੇਸ਼ਾ ਨਾਲ ਹੈ ਤੇ ਨਾਲ ਰਹੇਗਾ। ਇਹ ਤਨ ਰੁਲੇ ਰੁਲਾਇਆ, ਕਾਮ ਨਾ ਆਇਆ, ਜਿਨ ਖਸਮ ਨਾ ਜਾਤਾ ਹਦੂਰੇ। ਜਿਨ੍ਹਾਂ ਨੇ ਵਾਹਿਗੁਰੂ ਹਦੂਰੇ ਆਪਣੇ ਅੰਗ ਸੰਗ ਨਹੀਂ ਜਾਣਿਆ, ਉਹਨਾਂ ਦਾ ਸਰੀਰ ਖਤਮ ਹੋ ਰਿਹਾ ਹੈ। ਖਤਮ ਹੈ ਹੀ ਹੈ, ਹੋਣਾ ਤੇ ਦੂਰ, ਖਤਮ ਹੈ ਹੀ ਹੈ। ਰੁਲੇ ਰੁਲਾਇਆ, ਰੁੱਲ ਰਿਹਾ ਹੈ, ਰੁਲਦਾ ਰਹੇਗਾ। ਦੁਖੀ ਵਿੱਚ, ਦੁੱਖਾਂ 'ਚ ਗਲਤਾਨ ਹੋ ਕੇ ਰੁਲਦੇ ਫਿਰਦੇ ਖਾਲਸਾ ਜੀ। ਸਰੀਰ ਦੀਆਂ ਬਿਮਾਰੀਆਂ ਬਹੁਤੀਆਂ ਤਾਂ ਆਉਂਦੀਆਂ ਜੇ ਰੱਬ ਨੂੰ ਭੁੱਲ ਜਾਂਦੇ ਆ ਭਾਈ।
ਬਹੁਤੀ ਸਾਨੂੰ ਬਿਮਾਰੀਆਂ ਤਾਂ ਤੰਗ ਕਰਦੀਆਂ ਅੱਜ ਕੱਲ੍ਹ, ਸਰੀਰਿਕ ਵੀ ਮਾਨਸਿਕ ਵੀ, ਰੱਬ ਨੂੰ ਭੁਲਾ ਕੇ। ਜੇ ਰੱਬ ਨੂੰ ਆਪਣੇ ਅੰਗ ਸੰਗ ਜਾਣੀਏ ਤਾਂ ਕੋਈ ਬਿਮਾਰੀ ਨਹੀਂ ਰਹਿਣ ਦੇਵੇਗਾ। ਵਾਹਿਗੁਰੂ ਆਪੇ ਸਾਨੂੰ ਹਰ ਵੇਲੇ ਬਚਾਵੇਗਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਬਾਕੀ ਉਹਦਾ ਬਿਰਦ ਹੈ, ਉਹਨੇ ਆਪੇ ਕਹਿਣਾ ਮੇਰਾ ਬੱਚਾ ਹੈ, ਕਿਉਂ ਦੁੱਖ ਲੈਣ ਦਵਾ ਇਹਨੂੰ, ਨਾ ਇਹਨੂੰ ਦੁੱਖ ਨਹੀਂ ਦੇਣਾ। ਐ ਮਨਾ ਇਸ ਤਰ੍ਹਾਂ ਵਾਹਿਗੁਰੂ ਨੂੰ ਚੇਤੇ ਰੱਖ। ਨਾਨਕ ਸਾਧਨ ਮਿਲੈ ਮਿਲਾਈ, ਫਿਰ ਅੰਤਰ ਸਦਾ ਸੰਭਾਲੇ। ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰਦੇ, ਸਾ ਧਨ ਉਹ ਜੀਵ ਰੂਪ ਇਸਤਰੀ ਮਿਲੈ ਮਿਲਾਈ। ਜਿਹੜੀ ਖਾਲਸਾ ਜੀ ਮਿਲਣ ਵਾਸਤੇ ਰੱਬ ਕੋਲ ਆਈ ਨਾ, ਰੱਬ ਨੇ ਉਹਨੂੰ ਆਪਣੇ ਨਾਲ ਮਿਲਾ ਲਿਆ। ਆਓ ਭਾਈ ਹੁਣ ਜੁੜ ਜਾਓ। ਕਿਉਂ ਜੁੜੇ ਹੋ? ਉਹਨਾਂ ਨੇ ਜਾਣ ਲਿਆ, ਫਿਰ ਅੰਤਰ ਸਦਾ ਸੰਭਾਲੇ। ਵਾਹਿਗੁਰੂ ਹਿਰਦੇ ਵਿੱਚ ਹੈ ਤੇ ਹਮੇਸ਼ਾ ਹੀ ਉਹ ਵਾਹਿਗੁਰੂ ਨੂੰ ਜਪਦੀ ਰਹਿੰਦੀਆਂ ਜੀਵ ਰੂਪੀ ਇਸਤਰੀਆਂ। ਉਹ ਗੁਰਮੁਖ ਪਿਆਰੇ ਹਮੇਸ਼ਾ ਹੀ ਸਿਮਰਨ ਕਰਦੇ ਰਹਿੰਦੇ ਹਨ। ਜਿਹੜੇ ਸਿਮਰਨ ਕਰਦੇ ਕਰਦੇ, ਸੇਵਾ ਸਾਧਨਾ ਕਰਦੇ, ਸਾਧਕ ਬਣ ਕੇ ਜਿਹੜੇ ਹਿਰਦੇ ਨੂੰ ਸ਼ੁੱਧ ਕਰਦੇ, ਉਹਨਾਂ ਨੇ ਅੰਦਰ ਪ੍ਰਮਾਤਮਾ ਪਤੀ ਨੂੰ ਜਾਣ ਲਿਆ। ਇਕ ਰੋਵਹਿ ਫਿਰਹਿ ਵਿਛੁੰਨੀਆਂ, ਅੰਧੀ ਨਾ ਜਾਣੈ ਫਿਰਹਿ ਨਾਲੇ। ਇੱਕ ਉਹ ਮਨਮੁਖ ਆਪਣੇ ਪਤੀ ਪ੍ਰਮਾਤਮਾ ਤੋਂ ਵਿਛੜ ਕੇ ਭਾਈ ਉਹ ਰੋਂਦੀਆਂ ਹਨ। ਉਹ ਅੰਧੀ ਨਹੀਂ ਜਾਣਦੀਆਂ ਕਿ ਵਾਹਿਗੁਰੂ ਹਿਰਦੇ ਵਿੱਚ ਹੈ। ਅੰਧੀ ਨਾ ਜਾਣੈ ਫਿਰ ਹੈ, ਪਤੀ ਹੈ ਕਿੱਥੇ? ਨਾਲੇ ਨਾਲ ਹੈ ਸਾਡੇ। ਸਰੀਰ ਭਾਵੇਂ ਵਿਛੜ ਜਾਣਗੇ ਪਰ ਯਾਦਾਂ ਨਹੀਂ ਵਿਛੜਦੀਆਂ। ਦੁਨੀਆ ਦੀ ਯਾਦਾਂ ਯਾਦ ਰਹਿੰਦੀਆਂ, ਪਰ ਸਮਾਂ ਉਹਨੂੰ ਵੀ ਭੁਲਾ ਦਿੰਦਾ ਹੈ। ਆਖੋ ਸਤਨਾਮ। ਸਮਾਂ ਕਿਤਨਾ ਬਲਵਾਨ ਹੈ। ਅੱਜ ਤੋਂ 20 ਸਾਲ ਪਹਿਲਾਂ ਸਾਨੂੰ ਜਿਹੜੇ ਛੱਡ ਕੇ ਚਲੇ ਗਏ ਭੁੱਲ ਗਏ ਨਾ। ਉੱਤੇ ਤੋਂ ਉੱਤੇ ਸਮੇਂ ਦੀ ਕਾਈ ਜੰਮਦੀ ਰਹਿੰਦੀ ਹੈ। ਪਰ ਵਾਹਿਗੁਰੂ ਪ੍ਰਮਾਤਮਾ ਪਤੀ ਜੇ ਉਹਨੂੰ ਯਾਦ ਰੱਖਾਂਗੇ ਭਾਈ ਤਾਂ ਚੜ੍ਹਦੀ ਕਲਾ ਰਵੇਗੀ। ਉਹ ਪਿਰ ਹੈ ਨਾਲੇ, ਉਹ ਪਿਰ ਵਾਹਿਗੁਰੂ ਛੱਡ ਕੇ ਵੀ ਨਹੀਂ ਜਾਵੇਗਾ, ਸਾਡੇ ਅੰਗ ਸੰਗ ਰਵੇਗਾ। ਉਸ ਨੂੰ ਯਾਦ ਕਰੀਏ। ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਤੇ ਪ੍ਰਮਾਤਮਾ ਪਤੀ ਜੇ ਉਸ ਨਾਲ ਜੁੜਾਂਗੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਸਾਰੇ ਪਾਸੇ ਸੁਖ ਰਵੇਗਾ। ਇਹ ਪਾਤਸ਼ਾਹ ਕਿਰਪਾ ਰੱਖਣ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।